ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ। ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਗੱਲਬਾਤ ਕਰਨੀ ਆ। ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦੀ ਚੋਣ ਹੋਈ ਹੈ, ਪਰ ਉਸ ਤੋਂ ਬਾਅਦ ਜਿਸ ਹਿਸਾਬ ਦੇ ਨਾਲ ਉਹਨਾਂ ਖਿਡਾਰਨਾਂ ਨੇ ਜਿਨ੍ਹਾਂ ਨੇ ਲੰਬੀ ਲੜਾਈ ਲੜੀ, ਪਰ ਉਹ ਕਹਿੰਦੀਆਂ ਕਿ ਸਾਡੀ ਆਖਰ ਹਾਰ ਹੋਈ ਹੈ। ਪੂਰੇ ਮੁਲਕ ਦੇ ਵਿੱਚ ਵੱਖ-ਵੱਖ ਟੀਵੀ ਚੈਨਲਾਂ ਤੇ ਪਤਾ ਨਹੀਂ ਕਿੰਨੇ ਨੇ ਦਿਖਾਇਆ, ਕਿੰਨੇ ਨਹੀਂ ਲੋਕਾਂ ਨੇ ਉਹਨਾਂ ਨੂੰ ਰੋਂਦੇ ਦੇਖਿਆ। ਸੋਸ਼ਲ ਮੀਡੀਆ ਤੇ ਰੋਂਦੇ ਦੇਖਿਆ, ਕੁਝ ਨੇ ਤੇ ਵੀ ਕਹਿਤਾ ਕਿ ਅੱਜ ਤੋਂ ਅਸੀਂ ਅਗਲੀ ਪੀੜ੍ਹੀ ਬਾਰੇ ਵਿਚਾਰ ਜ਼ਰੂਰ ਕਰਾਂਗੇ, ਅਸੀਂ ਲੜਾਈ ਹਾਰ ਗਏ ਹਾਂ, ਪਰ ਕੁਸ਼ਤੀ ਵੀ ਨਾਲ ਛੱਡ ਦਿੱਤੀ ਹੈ। ਸਾਕਸ਼ੀ ਮਲਿਕ ਦੀ ਗੱਲ ਵੀ ਕਰਾਂਗੇ, ਉਗਾਟ ਹੋਰਾਂ ਦੀ ਗੱਲ ਵੀ ਕਰਨੀ ਹੈ। ਖਿਲਾੜੀ ਹੋਰ ਵੀ ਬਹੁਤ ਸਾਰੇ ਹੈ, ਉਹਨਾਂ ਨੇ ਅਗਲੇ ਭਵਿੱਖ ਲਈ ਚਿੰਤਾ ਜ਼ਾਹਰ ਕੀਤੀ ਹੈ। ਚਿੰਤਾ ਇੰਡੀਆ ਗੱਠਜੋੜ ਨੂੰ ਵੀ ਇਸ ਵੇਲੇ ਕਿ ਹਾਲਾਤ ਕਿੱਧਰ ਨੂੰ ਜਾਣਗੇ, ਕਿਹੜੀ ਰਾਜਨੀਤਿਕ ਪਾਰਟੀ ਦੇ ਸਿਆਸਤਦਾਨ ਨੇ ਕਿੱਥੇ ਸਾਥ ਛੱਡ ਦੇਣਾ ਤੇ ਕਿੱਥੇ ਕਿਹੜੇ ਸਿਆਸਤਦਾਨ ਨੇ ਬਾਹ ਫੜ ਲੈਣੀ ਹੈ, ਪਤਾ ਨਹੀਂ ਹੁੰਦਾ। ਮਾਇਆਵਤੀ ਹੁਣੀ ਲੰਬੇ ਸਮੇਂ ਤੋਂ ਸਿਆਸਤ ਵਿੱਚ ਸਰਗਰਮ ਸੀ, ਬਾਅਦ ਦੇ ਵਿੱਚ ਚੁੱਪ ਹੋ ਕੇ ਬੈਠ ਗਏ। ਕੋਈ ਕਹਿੰਦਾ ਜੀ ਉਹ ਬੋਤੇ ਉਹਨਾਂ ਤੇ ਤਰਪਾਲਾਂ ਪਾਈਆਂ ਹੋਈਆਂ, ਹੋ ਸਕਦਾ ਉਤੋਂ ਤਰਪਾਲ ਚੱਕ ਦਿੱਤੀ ਜਾਵੇ ਤੇ ਮਸਲਾ ਵੀ ਸਾਹਮਣੇ ਇਹ ਆ ਜਾਵੇ ਕਿ ਘਪਲਾ ਵੀ ਹੋਇਆ। ਕੁਛ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਰਹੀਆਂ। ਗੱਲਾਂ ਤਾਂ ਕੇਂਦਰ ਸਰਕਾਰ ਦੀਆਂ ਵੀ ਕਰਨੀਆਂ ਨੇ, ਕਿਉਂਕਿ ਪੰਜਾਬ ਸਰਕਾਰ ਲਈ ਇੱਕ ਝਟਕਾ ਮੰਨਿਆ ਜਾ ਰਿਹਾ। ਜਿਹੜੇ ਫੰਡ ਰੋਕੇ ਗਏ ਸੀਗੇ, ਇਸੇ ਤਰ੍ਹਾਂ ਹੁਣ ਕਰਜ਼ੇ ਦੇ ਵਿੱਚ ਵੀ ਕਟੌਤੀ ਕਰ ਦਿੱਤੀ ਹੈ। ਖਬਰਾਂ ਹੋਰ ਵੀ ਬਹੁਤ ਸਾਰੀਆਂ ਜਿਨ੍ਹਾਂ ਤੇ ਗੱਲਬਾਤ ਕਰਨੀ ਹੈ, ਪਰ ਸ਼ੁਰੂਆਤ ਉਸ ਖਬਰ ਤੋਂ ਕਰਦੇ ਹਾਂ ਜਿਹਨੇ ਕੱਲ ਸਾਰਿਆਂ ਨੂੰ ਹਿਲਾ ਕੇ ਰੱਖਿਆ। ਸਮੇਂ-ਸਮੇਂ ਤੇ ਵੱਖ-ਵੱਖ ਫੈਡਰੇਸ਼ਨਾਂ ਬਣੀਆਂ ਹੁੰਦੀਆਂ, ਉਹਨਾਂ ਦੀ ਪ੍ਰਧਾਨਗੀ ਦੀ ਚੋਣ ਹੁੰਦੀ ਹੈ। ਨਵੇਂ ਪ੍ਰਧਾਨ ਨੂੰ ਚੁਣਿਆ ਜਾਂਦਾ। ਨਵਾਂ ਪ੍ਰਧਾਨ ਆਪਣੇ ਤਰੀਕੇ ਨਾਲ ਕੰਮ ਕਰਦਾ ਹੈ, ਕਾਰਵਾਈ ਕਰਦਾ, ਜਿੱਥੇ ਜ਼ਰੂਰਤ ਹੁੰਦੀ ਬਦਲਾਅ ਕਰਨ ਦੀ ਉਹ ਵੀ ਕਰਦਾ। ਪਰ ਜੇਕਰ ਪ੍ਰਧਾਨ ਪੁਰਾਣੇ ਦੀ ਨਵੇਂ ਨਾਲ ਬਣਦੀ ਹੋਵੇ, ਨਵੇਂ ਦੀ ਪੁਰਾਣੇ ਨਾਲ ਬਣਦੀ ਹੋਵੇ, ਤਾਂ ਕੁਝ ਵੀ ਬਦਲਦਾ ਨਹੀਂ ਹੁੰਦਾ। ਦੋ ਹੀ ਜਣੇ ਇੱਕ ਦੂਸਰੇ ਨਾਲ ਸਲਾਹ ਕਰਕੇ ਅੱਗੇ ਵੱਲ ਵਧਣਗੇ, ਅੱਗੇ ਵੱਲ ਚੱਲਣਗੇ। ਪਰ ਇਹ ਚੀਜ਼ਾਂ ਬਹੁਤ ਸਾਰੇ ਖਿਡਾਰੀਆਂ ਨੂੰ ਮਨਜ਼ੂਰ ਨਹੀਂ। ਹਾਲਾਂਕਿ ਪ੍ਰਧਾਨ ਦੀ ਚੋਣ ਹੋਈ ਹੈ, ਉਹਦੇ ਵਿੱਚ ਤਾਂ ਕੋਈ ਕਹਿ ਨਹੀਂ ਸਕਦਾ ਕਿ ਧਾਂਦਲੀ ਹੋਈ ਹੈ, ਜਿਹਨੇ ਚੁਣਨਾ ਸੀ ਚੁਣ ਲਿਆ। ਪਰ ਮਸਲਾ ਇੱਥੇ ਉਹਨਾਂ ਖਿਡਾਰਨਾਂ ਦਾ। ਹੁਣ WFI ਤੇ ਜਿਹੜੀ ਪਾਬੰਦੀ ਲੱਗਣ ਦਾ ਜਿਹੜਾ ਹਟਣ ਦਾ ਖਦਸ਼ਾ ਵੀ ਉਹ ਜਤਾਇਆ ਜਾ ਰਿਹਾ। ਦੂਸਰੇ ਪਾਸੇ ਜਦੋਂ ਉਹ ਖਿਡਾਰਨਾਂ 16 ਅਪ੍ਰੈਲ ਨੂੰ ਸੰਘਰਸ਼ ਸ਼ੁਰੂ ਕਰਦੀਆਂ ਨੇ, ਕੇਂਦਰ ਤੱਕ ਗੱਲ ਜਾਂਦੀ ਹੈ, ਕੇਂਦਰੀ ਮੰਤਰੀ ਤੱਕ ਗੱਲ ਜਾਂਦੀ ਹੈ, ਅਨੁਰਾਗ ਠਾਕੁਰ ਹੋਰੀ ਉੱਥੇ ਮਸਲੇ ਦਾ ਹੱਲ ਕਰਨ ਲਈ ਆਉਂਦੇ ਨੇ, ਗੱਲਬਾਤ ਕਰਦੇ ਨੇ, ਪਰ ਕਿਸੇ ਪਾਸੇ ਗੱਲ ਨਹੀਂ ਲੱਗੀ। ਕਿਹਾ ਗਿਆ ਸੀ ਕਮੇਟੀ ਬਣਾ ਦਾਂਗੇ, ਕਿਹਾ ਗਿਆ ਕਿ ਅਸੀਂ ਦੇਸ਼ ਦੇ ਵਿੱਚ ਇਹਨਾਂ ਖਿਡਾਰਨਾਂ ਨੂੰ ਪਿੱਛੇ ਵੱਲ ਤੱਕ ਧਕੇਲਾਂਗੇ ਨਹੀਂ, ਇਹਨਾਂ ਦੀ ਹਰ ਇੱਕ ਗੱਲ ਸੁਣਾਂਗੇ। ਪਰ ਕਿੰਨੀਆਂ ਕੁ ਗੱਲਾਂ ਅੱਜ ਤੱਕ ਸੁਣੀਆਂ ਗਈਆਂ, ਹੁਣ ਸਵਾਲ ਬਣ ਕੇ ਖੜੀਆਂ ਹੋ ਰਹੀਆਂ ਨੇ। ਅੱਜ ਜਦੋਂ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹਨਾਂ ਖਿਡਾਰਨਾਂ ਦੀ ਬਹੁਤੀ ਚੱਲੀ ਨਹੀਂ, ਉਹਨਾਂ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦੀ ਗੱਲ ਕਰ ਦਿੱਤੀ ਹੈ। ਤੇ ਇਸ ਖਬਰ ਤੋਂ ਬਾਅਦ ਭਾਵੇਂ ਉਹਨਾਂ ਦੇ ਪਰਿਵਾਰਕ ਮੈਂਬਰ ਇਹ ਗੱਲ ਕਹਿ ਰਹੇ ਆ ਕਿ ਇਹ ਸਾਰਾ ਕੁਝ ਸਹੀ ਨਹੀਂ ਹੋਇਆ, ਜਿਹਦੀ ਜਿੱਤ ਹੋਣੀ ਚਾਹੀਦੀ ਸੀ ਉਹਦੀ ਜਿੱਤ ਨਹੀਂ ਹੋਈ। ਪਰ ਜਿੱਤ ਕਿਉਂ ਨਹੀਂ ਹੋਈ? ਕੀ ਕੋਈ ਕਮੀਆਂ ਰਹਿ ਗਈਆਂ, ਜਾਂ ਫਿਰ ਸਿਆਸਤਦਾਨ ਭਾਰੇ ਪੈ ਗਏ ਨੇ, ਸਿਆਸਤ ਭਾਰੀ ਪੈ ਗਈ ਹੈ। ਉਹ ਲੋਕ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਸੀ ਉਹ ਭਾਰੀ ਪੈ ਗਏ। ਅਗਲੇ ਨੇ ਪੋਸਟਰ ਜਾਰੀ ਕੀਤੇ ਆ, ਦਬਦਬਾ ਕਹਿੰਦੇ ਪਹਿਲਾਂ ਵੀ ਸੀ, ਏਦਾਂ ਹੀ ਰਹੇਗਾ, ਆਉਣ ਵਾਲੇ ਸਮੇਂ 'ਚ ਰਹੇਗਾ। ਇਹ ਭਗਵਾਨ ਦੀ ਕਿਰਪਾ। ਹੁਣ ਭਗਵਾਨ ਦੀ ਕਿਰਪਾ ਕਿੰਨੀ ਕੁ ਪਤਾ ਨਹੀਂ, ਪਰ ਜੇਕਰ ਉਹਨਾਂ ਨੇ ਕਿਹਾ ਕਿ ਦਬਦਬਾ ਇਸੇ ਤਰ੍ਹਾਂ ਰਹੇਗਾ, ਤਾਂ ਫਿਰ ਲੜਾਈ ਜਿਹੜੀ 21 ਜਨਵਰੀ ਤੋਂ ਹੁੰਦੀ ਹੋਈ 23 ਜਨਵਰੀ ਤੱਕ ਪਹੁੰਚਦੀ ਹੈ, ਬਾਅਦ ਦੇ ਵਿੱਚ 23 ਅਗਸਤ, 21 ਜਨਵਰੀ, 16 ਅਪ੍ਰੈਲ, ਇਹ ਸਾਰਾ ਹੁੰਦਾ 25 ਅਪ੍ਰੈਲ, 13 ਜੂਨ, ਸਮੇਂ ਤੇ ਪੜਾਵਰ ਚੱਲਦੀ ਇਹ ਲੜਾਈ ਅੱਜ ਖਤਮ ਲੱਗਦਾ ਹੁੰਦੀ ਦਿਖਾਈ ਦੇ ਰਹੀ ਹੈ। ਪਰ ਕੀ ਨਵੀਂ ਲੜਾਈ ਸ਼ੁਰੂ ਹੋ ਸਕਦੀ ਹੈ? ਇਹ ਕਿਉਂ ਕਿਹਾ ਜਾ ਰਿਹਾ? ਸੋਸ਼ਲ ਮੀਡੀਆ ਤੇ ਕੱਲ ਬਹੁਤ ਸਾਰੇ ਮੁੱਦੇ ਦੇਖਣ ਨੂੰ ਮਿਲੇ, ਪਰ 3 ਅਹਿਮ ਮੁੱਦੇ ਜਿਹੜੇ ਦੱਬ ਕੇ ਰਹਿ ਗਏ, ਜਿਨ੍ਹਾਂ ਤੇ ਵਿਚਾਰ ਕਰਨਾ ਬਣਦਾ ਸੀ, ਜਿਨ੍ਹਾਂ ਤੇ ਗੱਲ ਕਰਨੀ ਬਣਦੀ ਸੀ। ਸਾਡੇ ਦੇਸ਼ ਦੇ ਵਿੱਚ ਵੈਸੇ ਵੀ ਹੈ, ਜੋ ਇਸ ਵੇਲੇ ਦਿਖਾਇਆ ਜਾ ਰਿਹਾ ਲੋਕਾਂ ਨੂੰ ਸੱਚ ਲੱਗਦਾ, ਪਰ ਪਰਦੇ ਦੇ ਪਿੱਛੇ ਕੁਛ ਹੋਰ ਵੀ ਹੋ ਰਿਹਾ। ਪਰਦੇ ਦੇ ਪਿੱਛੇ ਇੱਕ ਬਹੁਤ ਵੱਡੀ ਸਿਆਸਤ ਖੇਡੀ ਜਾ ਰਹੀ ਹੈ, ਇੱਕ ਸਕ੍ਰਿਪਟ ਲਿਖੀ ਜਾ ਰਹੀ ਹੈ। ਉਹਦਾ ਰਾਈਟਰ ਕੌਣ ਹੈ? ਇੱਕ ਰਾਈਟਰ ਨਹੀਂਗਾ, ਬਹੁਤ ਸਾਰੇ ਰਾਈਟਰ ਨੇ ਉਹਦੇ, ਪਰ ਲੋਕਾਂ ਦੇ ਸਾਹਮਣੇ ਨਹੀਂ ਆ ਰਿਹਾ। ਉਹ ਜਿਹੜਾ ਰਾਈਟਰ ਹੈ ਉਹਦੇ ਚਿਹਰੇ ਤੇ ਇਸ ਵੇਲੇ ਨਕਾਬ ਹੈ। ਉਹ ਨਕਾਬ ਉਤਰੇਗਾ ਕਿ ਨਹੀਂ ਪਤਾ ਨਹੀਂ, ਪਰ ਬਹੁਤ ਸਾਰੇ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਇਸ ਵੇਲੇ ਨਕਾਬ ਹੈ। ਸਾਕਸ਼ੀ ਮਲਿਕ ਸੋਸ਼ਲ ਮੀਡੀਆ ਤੇ ਜਦੋਂ ਉਹਦੀਆਂ ਤਸਵੀਰਾਂ, ਹੰਝੂਆਂ ਵਾਲੀਆਂ ਤਸਵੀਰਾਂ ਵਾਇਰਲ ਹੁੰਦੀਆਂ ਨੇ, ਤਾਂ ਉਸ ਵੇਲੇ ਉਹਨਾਂ ਨੇ ਐਲਾਨ ਕੀਤਾ, ਐਂਡਲਾ 30 ਸੈਕਿੰਡ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਆਹ ਮੇਰੀਆਂ ਜੁੱਤੀਆਂ ਪਈਆਂ, ਮੇਰੇ ਬੂਟ ਹੈ, ਮੈਂ ਜਿਹੜੀ ਰੈਸਲਿੰਗ ਆ ਉਹ ਛੱਡ ਦੇਣੀ ਹੈ। ਸਿਆਸਤਦਾਨਾਂ ਤੇ ਉਸ ਚੀਜ਼ ਦਾ ਕੀ ਅਸਰ ਪੈਣਾ, ਲੋਕਾਂ ਤੇ ਕੀ ਅਸਰ ਪੈਣਾ ਪਤਾ ਨਹੀਂ, ਪਰ ਪਰਿਵਾਰ ਵਾਲਿਆਂ ਤੇ ਬਹੁਤ ਪੈਣਾ, ਉਹਨਾਂ ਦੇ ਆਪਣੇ ਉੱਪਰ ਬਹੁਤ ਉਸ ਚੀਜ਼ ਦਾ ਅਸਰ ਪੈਣਾ। ਜਿਨ੍ਹਾਂ ਨੇ ਇਹ ਕਿਹਾ ਸਾਡੇ ਨਾਲ ਧੱਕਾ ਹੋ ਰਿਹਾ, ਵਿਸ਼ਵ ਦੇ ਕਈ ਦੇਸ਼ਾਂ ਤੱਕ ਗੱਲ ਕਹੀ, ਭਾਰਤ ਦੇ ਵੱਡੇ ਸਿਆਸਤਦਾਨਾਂ ਤੱਕ
ਇਹ ਗੱਲ ਗਈ ਕਿ ਇਹਨਾਂ ਨਾਲ ਧੱਕਾ ਹੋ ਰਿਹਾ, ਪਰ ਕਿਸੇ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਮੁੱਦਾ ਜਾਤ ਦਾ ਹੋਵੇ, ਮੁੱਦਾ ਧਰਮ ਦਾ ਹੋਵੇ, ਸਾਡੇ ਦੇਸ਼ ਦੇ ਵਿੱਚ ਬਹੁਤ ਜਲਦੀ ਉਹ ਮੁੱਦਾ ਚੁੱਕ ਲਿਆ ਜਾਂਦਾ ਹੈ। ਪਰ ਜਦੋਂ ਇੰਨਾ ਵੱਡਾ ਮੁੱਦਾ, ਐਡੀਆਂ ਵੱਡੀਆਂ ਗੱਲਾਂ ਹੋ ਗਈਆਂ ਹੋਣ ਤਾਂ ਕੋਈ ਵੀ ਉਧਰ ਧਿਆਨ ਕਿਉਂ ਨਹੀਂ ਦਿੰਦਾ? ਕਿਸੇ ਨੇ ਵੀ ਉਧਰ ਧਿਆਨ ਕਿਉਂ ਨਹੀਂ ਦਿੱਤਾ? ਸਭ ਤੋਂ ਪਹਿਲਾਂ ਇੱਥੇ ਗੱਲ ਕਰਨੀ ਆ ਰਾਹੁਲ ਗਾਂਧੀ ਹੋਰਾਂ ਦੀ। ਰਾਹੁਲ ਗਾਂਧੀ ਹੋਰਾਂ ਨੇ ਇਸ ਮਸਲੇ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕੀਤੀ। ਇਸ ਮਸਲੇ ਵੱਲ ਧਿਆਨ ਦਿੱਤਾ ਪ੍ਰਿੰਕਾ ਗਾਂਧੀ ਨੇ। ਪ੍ਰਿੰਕਾ ਗਾਂਧੀ ਨੇ ਵੀ ਕਿਹਾ ਇਹਨਾਂ ਕੁੜੀਆਂ ਦੀ ਕੋਈ ਸੁਣਦਾ ਨਹੀਂ ਪਿਆ। ਕਿਉਂ ਨਹੀਂ ਸੁਣੀਗੀ? ਸਵਾਲ ਤਾਂ ਹੈ ਨਾ। ਕਾਰਨ ਕੀ ਸੀ ਕਿ ਉਹਨਾਂ ਨੇ ਜਿਹੜਾ ਸਾਰਾ ਬੁੱਸ ਦੱਸਿਆ ਸੀ ਉਹ ਝੂਠ ਸੀਗਾ? ਕਿ ਉਹਦੀ ਜਾਂਚ ਪੂਰੀ ਹੋ ਗਈ? ਕੀ ਜਾਂਚ ਰਿਪੋਰਟ ਦੇ ਵਿੱਚ ਕਿਸੇ ਦਬਦਬਾ ਸੀਗਾ? ਚਲੋ ਇਹ ਸਾਰੇ ਸਵਾਲ ਨੇ ਜਿਹੜੇ ਸਮੇਂ-ਸਮੇਂ ਤੇ ਖੜੇ ਹੋਏ। ਪਰ ਇੱਥੇ ਅਸੀਂ ਪਹਿਲਾਂ ਸਾਕਸ਼ੀ ਮਲਿਕ ਹੋਰਾਂ ਦੀ ਉਹ ਗੱਲਬਾਤ ਜਿਹੜੀ ਪੱਤਰਕਾਰਾਂ ਨਾਲ ਕੀਤੀ ਹੈ, ਮੀਡੀਆ ਨਾਲ ਕੀਤੀ ਹੈ, ਉਹ ਦੇਖਦੇ ਹਾਂ ਕਿ ਉਹਨਾਂ ਨੇ ਕਿਹੜੀਆਂ ਗੱਲਾਂ ਕਹੀਆਂ, ਆਖਰ ਕਿਉਂ ਇਹ ਸਾਰਾ ਕੁਝ ਕਰਨ ਲਈ ਮਜਬੂਰ ਹੋਣਾ ਪਿਆ। ਉਹਨਾਂ ਦੇ ਨਾਲ ਫੁਗਾਟ ਵੀ ਸੀ, ਉਹਨੂੰ ਵੀ मतलब कि अपनियां जिहड़ा गल्लां सीगियां हंझुआं दे रूप दे विच कड्डियां। एक नज़र पहला उधर मारते हैं। तो जो सरकार ने कमिटमेंट की थी वो पूरी नहीं हुई। हमारी मांग थी महिला प्रेसिडेंट की, कि महिला प्रेसिडेंट होगी तो शोषण नहीं होगा, लेकिन ना पहले ना महिला का कोई भागीदारी थी। आज आप पूरे इलेक्शन उसकी लिस्ट उठा के देख लो, एक भी महिला को कोई स्थान नहीं दिया गया। तो बस यही कहना चाहूँगी कि जो ये लड़ाई है, ये हमने तो अपनी पूरी हिम्मत करके लड़ी, लेकिन ये लड़ाई जारी रहेगी, क्योंकि आने वाली जो और फ्यूचर है, जो बेटे हैं, बेटियां हैं, जो रेसलर्स हैं नई जनरेशन के, उनको ये लड़ाई लड़नी पड़ेगी। अब सबको पता है कि हम जैन में आए थे, लेकिन मैं एक बात आपको बताना चाहती हूँ कि हमने जब हर तरीके से कोशिश कर ली थी, उसके बाद हम दिल्ली की सड़कों पे आके बैठे थे। सबसे पहले हम गृह मंत्री जी से मिले थे, मैं और बजरंग गए थे मिलने के लिए। हमने उनको इस बारे में बिल्कुल अवगत कराया था, क्लियरली हमने नाम लेके लड़कियों का बताया था कि किसके साथ में क्या क्या हुआ है। प्लीज़ आप इसको देखिए और प्लीज़ हमारी रेसलिंग को आप बचा लीजिए, क्योंकि अभी अंत हो रहा है। उन्होंने हमें बोला था कि 30-40 दिन का टाइम मुझे दीजिए, उसके बाद में मैं करता हूँ और आप निश्चिंत रहिए, हम जरूर इसमें कुछ करेंगे। 3-4 महीने वेट करने के बाद में हम जंतर मंतर पे आए थे, हमने लड़ाई लड़ी थी, जो आप सब देख रहे हो, पूरे देश को पता है। आज जो फेडरेशन का जो अध्यक्ष बना है संजय सिंह, स्टार्टिंग से वो लोग बोल रहे थे कि हम बनेंगे, हमें पता थी, उसकी पावर पता है, उसका पोजीशन पता है, लेकिन दुख होता है कि देश में ऐसे लोगों को स्थान मिल रहा है, पद मिल रहा है। ब्रजभूषण का राइट हैंड है, उसके बेटे से भी ज़्यादा खास है, उसको प्रेसिडेंट में आना मतलब आने वाली लड़कियों का जो भविष्य है उनको फिर से शोषण का शिकार होना पड़ेगा, और जो चीज़ें पर्दे के पीछे होती आई हैं वो खुले में होगा। और दुख होता हमें इस बात का कि हम इतनी लड़ाई लड़के भी हम कोई सुधार नहीं कर पाए हमारी रेसलिंग में। आने वाले बच्चों के भविष्य के लिए जो हम लड़ाई लड़ रहे थे उसमें हम कामयाब नहीं हो पाए। हमें नहीं पता हमारे देश में न्याय कैसे मिलता है। सड़क से लेके रेसलिंग मैट से लेके बंद कमरों से लेके हमने हर किसी को अपनी बात बताई है। ऐसा नहीं है कि हम सीधा सड़क के ऊपर आ गए, हमने हर तरीके से कोशिश की है। जो स्पोर्ट्स मिनिस्ट्री है, हमने उनको क्लियरली बताया है कि ऐसे ऐसे हो रहा है, प्लीज आप कुछ करिए। सरकार से ना तो हमारी पहले लड़ाई थी, ना हमारी आज लड़ाई। हम एक व्यक्तिगत आदमी के खिलाफ लड़ रहे थे, जो बच्चियों का, लड़कियों का शोषण कर रहा था, बहन बेटियों का। उसने अपनी पावर से हर तरीके से, कभी उसको राजनीति मोड़ दिया, कभी जातिवाद का मोड़ दिया, कभी उसने हरियाणा यूपी का मोड़ दिया, क्योंकि उसके पास पावर है। और वो आप सब ने देख ली, हमने भी देख ली। जो हमारे से जितने भी लोग जुड़ रहे हैं प्रोटेस्ट से, चाहे वो हमारे कोचेज हैं, चाहे वो हमारे खिलाड़ी हैं, चाहे उसमें हम हैं, किसी का भी अब आगे भविष्य सेफ नहीं है। किसी के साथ भी कोई भी घटना, चाहे वो कार एक्सीडेंट लगा लीजिए, चाहे वो कोई भी A to Z कैसे भी आरोप लगा लीजिए, वो लगने शुरू हो जाएंगे आगे। क्योंकि हम सब ने, पूरे देश ने उसकी पावर का, उसका
जो तंत्र है, जो काम कर रहा है उसके पीछे, वो सब ने देख लिया है। जिस तरीके से वो लोगों में अपना भ्रम फैला रहे हैं, लोगों को तोड़ने की। जब 20 लड़कियां स्टार्टिंग में आई थी, उनमें उन्होंने 6 छोड़ी, उनके भी पीछे एक एक करके सबको तोड़ने लग रहे हैं। तो इससे बुरा दौर क्या होगा देश के लिए? मुझे नहीं पता, वो न्याय विनेश भी बोल रही थी, साक्षी बोल रही थी, कब मिलेगा ये लड़ाई। चलो हम लड़े, हम नहीं जीत पाए, लेकिन ये लड़ाई किसी न किसी को, जो आने वाली पीढ़ी उनमें, उनको भी किसी न किसी को लड़नी पड़ेगी। विनेश ने बताया, भगत सिंह को जब फांसी हुई थी तो उसके 20-25 साल बाद हमें आज़ादी मिली थी, लेकिन पता नहीं कुश्ती से आज़ादी हमें कब मिलेगी। अब हमारे रेसलिंग का कैरियर, हमें नहीं लगता कि आगे हम रेसलिंग कर पाएंगे या नहीं कर पाएंगे, क्योंकि जब उसी के लोग आ रहे हैं, वो जो बच्चे हैं जो उनके खिलाफ लड़ाई लड़ रहे थे, इतनी हिम्मत जुटा के वो आगे आए थे, इतने साल लगे उनको ये हिम्मत जुटाने में। जो हमारे देश की, जो गांव में, जो देहात में महिलाएं हैं, वो इस शोषण से गुजरती होंगी, तो वो भी तो देखती होंगी कि हम किसके सामने आवाज रखें। जब हमने पूरे देश के सामने, पूरी सरकार के सामने सारी चीजें खोल के रख दी, उसके बाद भी न्याय नहीं मिला, तो वो बहन बेटियां किसके सामने रखेंगे अपनी बातें? अंत में हम तो 40 दिन सोए रोड पे, लेकिन मैं सभी तमाम देशवासी जो भी हमारे प्रोटेस्ट में आए, दूर दूर से आए, बूढ़ी महिलाएं आई, बहुत सारे लोग ऐसे आए जिनके पास खाने कमाने के लिए नहीं है, फिर भी हमें सपोर्ट करने आए। हम नहीं जीत पाए, पर आप लोगों का बहुत बहुत धन्यवाद। और एक बात और कहना चाहूंगी कि लड़ाई लड़ी, पूरे दिल से लड़ी, लेकिन अगर प्रेसिडेंट बृजभूषण जैसे आदमी जैसा ही रहता है, उसका बिल्कुल सहयोगी है, उसका बिजनेस पार्टनर है, वो अगर इस फेडरेशन में रहेगा, तो मैं अपनी कुश्ती को त्यागती हूँ और मैं आज के बाद कभी भी आपको वहां नहीं दिखूंगा। तो बस सभी देशवासियों को धन्यवाद जिन्होंने आज तक इतना मेरा सपोर्ट किया और मुझे इस मुकाम तक पहुंचाया। ਵੀਡੀਓ ਤੁਸੀਂ ਦੇਖੀ ਹੈ, ਕਿਸ ਹਿਸਾਬ ਦੇ ਨਾਲ ਉਹਨਾਂ ਨੇ ਸਾਰੀਆਂ ਗੱਲਾਂ ਕਹੀਆਂ। ਦੇਸ਼ ਦੇ ਵਿੱਚ 3 ਵੱਡੇ ਮੁੱਦੇ 2 ਦਿਨ ਦੇ ਵਿੱਚ ਸਾਹਮਣੇ ਆਏ ਹੈ। ਜੰਮੂ ਤੇ ਕਸ਼ਮੀਰ ਦੇ ਵਿੱਚ ਅੱਤਵਾਦੀ ਹਮਲਾ ਹੁੰਦਾ ਹੈ, 5 ਫੌਜੀ ਸ਼ਹੀਦ ਹੋ ਜਾਂਦੇ ਨੇ, 5 ਜਵਾਨ ਸ਼ਹੀਦ ਹੋ ਜਾਂਦੇ ਨੇ, ਕਿਸੇ ਦਾ ਧਿਆਨ ਉਤਰ ਨਹੀਂ ਗਿਆ। ਐਨਕਾਊਂਟਰ ਅਜੇ ਵੀ ਚੱਲਦਾ ਹੈ, 100 ਤੋਂ ਵੱਧ ਥਾਵਾਂ ਤੇ ਦੱਸਿਆ ਜਾ ਰਿਹਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੇ ਉੱਥੇ ਲੁਕੇ ਹੋਏ ਨੇ ਅੱਤਵਾਦੀ, ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਾਡੇ ਦੇਸ਼ ਦੇ ਵਿੱਚ ਇਹ ਮੁੱਦਾ ਧੂਏ ਦੀ ਤਰ੍ਹਾਂ ਗੁਆਚ ਕੇ ਰਹਿ ਗਿਆ, ਕਿਸੇ ਨੇ ਵੀ ਇੱਧਰ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਦੂਸਰਾ ਵੱਡਾ ਮੁੱਦਾ, ਕੱਲ ਹੀ ਜਦੋਂ ਮਨੀਪੁਰ ਦੇ ਵਿੱਚ ਹਿੰਸਾ ਫੈਲੀ ਸੀ, ਮਨੀਪੁਰ ਦੇ ਵਿੱਚ ਇਹ ਗੱਲ ਕਹੀ ਗਈ ਕਿ ਇੱਥੇ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੇ ਨਾਲ ਬੇਇਨਸਾਫੀ ਹੋਈ ਹੈ, ਉਹਨਾਂ ਦੀ ਮੌਤ ਹੋਈ। 8 ਮਹੀਨੇ ਦਾ ਸਮਾਂ ਹੋ ਗਿਆ। ਕੁਝ ਕੁ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਬਰਫ਼ ਦੇ ਵਿੱਚ ਰੱਖਿਆ ਸੀ। ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਹੋਈ, ਇਹਦੇ ਵਿੱਚ ਟਿੱਪਣੀਆਂ ਕੀਤੀਆਂ, ਸਖਤ ਟਿੱਪਣੀਆਂ ਕੀਤੀਆਂ, ਤੇ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਉਹ ਲਾਸ਼ਾਂ ਸੌਂਪੀਆਂ ਗਈਆਂ। ਕੱਲ 87 ਜਣਿਆਂ ਦਾ ਸੰਸਕਾਰ ਹੋ ਰਿਹਾ ਸੀਗਾ। ਉਸ ਸੰਸਕਾਰ ਦੇ ਵਿੱਚ ਕਿਸੇ ਨੇ ਵੀ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ, ਨਹੀਂ ਕੀਤੀ, ਸਾਨੂੰ ਨਹੀਂ ਪਤਾ। ਅਸੀਂ ਨਹੀਂ ਕਹਿੰਦੇ ਕਿ ਸਿਆਸਤਦਾਨ ਉੱਥੇ ਪਹੁੰਚਣੇ ਚਾਹੀਦੇ ਸੀ, ਪਰ ਪਰਿਵਾਰਕ ਮੈਂਬਰ ਉੱਥੇ ਬੈਠੇ ਦਿਖਾਈ ਦਿੱਤੇ, ਠੰਡ ਦੇ ਵਿੱਚ ਬੈਠੇ ਦਿਖਾਈ ਦਿੱਤੇ। ਬਹੁਤ ਵੱਡੀ ਖਬਰ ਸੀ, ਪਰ ਨਹੀਂ, ਸਾਡੇ ਦੇਸ਼ ਦੇ ਵਿੱਚ ਤਾਂ ਇਹ ਵੀ ਇਸ ਕਰਕੇ ਵੱਡੀ ਖਬਰ ਨਹੀਂ ਸੀ। ਜਦੋਂ ਮਨੀਪੁਰ ਦੇ ਵਿੱਚ ਇਹ ਸਾਰਾ ਕੁਝ ਹੁੰਦਾ, ਸਾਡੇ ਦੇਸ਼ ਦੇ ਇੱਕ ਉੱਚ ਸਿਆਸਤਦਾਨ ਨੇ 77 ਦਿਨਾਂ ਦੇ ਬਾਅਦ 77 ਸੈਕਿੰਡ ਲਈ ਸਿਰਫ ਇਸ ਮਨੀਪੁਰ ਦੀ ਘਟਨਾ ਦੇ ਬੋਲਣ ਦੀ ਕੋਸ਼ਿਸ਼ ਕੀਤੀ, ਤੇ ਬੋਲਿਆ ਵੀ ਕਿਸੇ ਘਟਨਾ ਬੜੀ ਮੰਦਭਾਗੀ ਹੈ। ਮੰਦਭਾਗੀ ਤਾਂ ਸਭ ਨੂੰ ਪਤਾ ਹੈ। ਜਦੋਂ ਇਸ ਦੇਸ਼ ਦੇ ਵਿੱਚ, ਜਦੋਂ ਮਨੀਪੁਰ ਦੇ ਵਿੱਚ ਘਟਨਾ ਵਾਪਰਦੀ ਹੈ, 2 ਔਰਤਾਂ ਨੂੰ ਨਗਨ ਕਰਕੇ ਘੁਮਾਇਆ ਜਾਂਦਾ ਹੈ, ਕਿਸੇ ਦੇ ਵੀ ਬੋਲਣ ਦੀ ਜ਼ਰੂਰਤ ਕਿਉਂ ਨਹੀਂ ਪਈ? ਕਿਉਂ ਨਹੀਂ ਸਿਆਸਤਦਾਨ ਕੋਈ ਬੋਲਿਆ? ਉੱਥੇ ਜਾ ਕੇ ਕੋਈ ਚਰਚਾ ਨਹੀਂ ਕਰਨ ਨੂੰ ਤਿਆਰ ਸੀ? ਪਾਰਲੀਮੈਂਟ ਦੇ ਵਿੱਚ ਇਸ ਮਸਲੇ ਤੇ ਗੱਲ ਨਹੀਂ ਹੋਈ। ਰਾਹੁਲ ਗਾਂਧੀ ਹੋਰਾਂ ਨੇ 4 ਮਸਲੇ ਸਮੇਂ-ਸਮੇਂ ਤੇ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਰਫੇਲ ਜਹਾਜ਼ਾਂ ਦਾ ਮੁੱਦਾ, ਫਰਾਂਸ ਕੁਛ ਹੋਰ ਕਹਿੰਦਾ ਪਿਆ, ਸਾਡੇ ਦੇਸ਼ ਦੇ ਵਿੱਚ ਉਹ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਰੌਲਾ ਪਿਆ। ਬਹੁਤ ਸਾਰੀਆਂ ਕੰਪਨੀਆਂ ਡੁੱਬੀਆਂ ਹੋਈਆਂ, ਉਹਨਾਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਪੈਗਾਸਸ ਜਸੂਸੀ ਹੋਈ, ਬਹੁਤ ਸਾਰੇ ਲੋਕਾਂ ਦੀ ਜਸੂਸੀ ਹੋਈ, ਪੱਤਰਕਾਰ ਵੀ ਵਿੱਚ 3 ਸ਼ਾਮਲ ਰਹੇ ਉਹਨਾਂ ਦੇ, ਪਰ ਫਿਰ ਵੀ ਪੈਗਾਸਸ ਦਾ ਮਾਮਲਾ ਗੰਭੀਰਤਾ ਨਾਲ ਲਿਆ ਨਹੀਂ ਗਿਆ, ਲੱਭਾ ਹੀ ਨਹੀਂ ਕਿੱਥੇ ਗਿਆ। ਪਾਰਲੀਮੈਂਟ ਦੇ ਵਿੱਚ ਚੁਣ ਕੇ ਲੋਕਾਂ ਨੇ ਜਿਨ੍ਹਾਂ ਨੂੰ ਭੇਜਿਆ, ਜਿਨ੍ਹਾਂ ਨੇ ਮੁੱਦਿਆਂ ਤੇ ਗੱਲਬਾਤ ਕਰਨੀ ਹੈ, ਜਦੋਂ ਰੌਲਾ ਪੈਂਦਾ ਤਾਂ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ, ਕੋਈ ਬੋਲਿਆ ਹੀ ਨਹੀਂ। ਪੈਗਾਸਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਹੜੇ ਸਮੇਂ-ਸਮੇਂ ਤੇ ਉੱਠੇ, ਪਰ ਨਹੀਂ, ਉਹਨਾਂ ਕਿਸੇ ਤੇ ਵੀ ਗੱਲ ਨਹੀਂ ਕੀਤੀ। ਬੇਰੁਜ਼ਗਾਰੀ ਦਾ ਮੁੱਦਾ,
ਆ ਜਿਹੜੇ ਪਾਰਲੀਮੈਂਟ ਦੇ ਵਿੱਚ ਜਿਨ੍ਹਾਂ ਨੇ ਦਰਸ਼ਕ ਗੈਲਰੀ ਚੋਂ ਛਾਲ ਮਾਰੀ ਉਹ ਵੀ ਤਾਂ ਬੇਰੁਜ਼ਗਾਰ ਸੀ। ਕੀ ਉਹਨਾਂ ਨੇ ਰੁਜ਼ਗਾਰ ਪ੍ਰਾਪਤੀ ਲਈ ਬੇਰੁਜ਼ਗਾਰੀ ਦਾ ਮੁੱਦਾ ਸਾਹਮਣੇ ਲਿਆਉਣ ਲਈ ਜਾਂ ਮਨੀਪੁਰ ਦੀ ਘਟਨਾ ਲਈ ਜਾਂ ਕਿਹੜੇ ਵੀ ਕਾਰਨ ਹੋ ਸਕਦੇ ਨੇ, ਜਾਂਚ ਦਾ ਵਿਸ਼ਾ, ਅਸੀਂ ਟਿੱਪਣੀ ਨਹੀਂ ਕਰਨੀ ਚਾਹੁੰਦੇ ਤੇ, ਪਰ ਕੋਈ ਤਾਂ ਕਾਰਨ ਸੀ ਜਿਹੜੇ ਕਰਕੇ ਉਹ ਕੁੱਦੇ। ਜੇਕਰ ਉਹਨਾਂ ਦੇ ਕੋਲ ਉਹ ਰੰਗਦਾਰ ਪਦਾਰਥ ਸੀਗਾ, ਉਸ ਜਗ੍ਹਾ ਤੇ ਬੰਬ ਵੀ ਹੋ ਸਕਦਾ ਸੀ, ਨੁਕਸਾਨ ਪਹੁੰਚਾਉਣਾ ਹੁੰਦਾ ਤਾਂ ਆਰਾਮ ਨਾਲ ਪਹੁੰਚਾ ਸਕਦੇ ਸੀ। ਇਹਦਾ ਸੰਕੇਤ ਕੀ ਸੀਗਾ? ਜੋੜਿਆ ਜਾ ਰਿਹਾ ਇਹਦੇ ਨਾਲ ਕਿ ਦੇਸ਼ ਦੇ ਸ਼ਹੀਦ ਜਿਹੜੇ ਨੇ, ਸ਼ਹੀਦ ਆਜ਼ਮ ਭਗਤ ਸਿੰਘ ਹੁਰੀ ਉਹਨਾਂ ਦਾ ਇੱਕ ਗਰੁੱਪ ਹੈ ਜਿਹੜਾ ਬਣਿਆ ਹੋਇਆ, ਉਹਨਾਂ ਦੇ ਨਾਂ ਤੇ ਬਣਿਆ ਹੋਇਆ ਗਰੁੱਪ ਹੈ, ਉਹਦੇ ਵਿੱਚੋਂ ਆਪਸ ਵਿੱਚ ਜੁੜੇ ਹੋਏ ਸੀ। ਮੁੱਦੇ ਦਾ ਕੀ ਬਣਾ ਦਿੱਤਾ ਗਿਆ, ਗੱਲਾਂ ਕਿੱਧਰੋਂ ਕਿੱਥੇ ਤੱਕ ਜੋੜ ਦਿੱਤੀਆਂ ਗਈਆਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ 5 ਜਵਾਨਾਂ ਦਾ ਸ਼ਹੀਦ ਹੋਣਾ ਮੁੱਦਾ ਵੱਡਾ ਸੀ, ਸਾਕਸ਼ੀ ਮਲਿਕ ਦਾ ਮੁੱਦਾ ਵੱਡਾ ਸੀ। ਉਸ ਤੋਂ ਬਾਅਦ ਮਨੀਪੁਰ ਦੇ ਵਿੱਚ 8 ਮਹੀਨੇ ਤੋਂ ਜੋ ਲਾਸ਼ਾਂ ਸਾਂਭ ਕੇ ਰੱਖੀਆਂ ਸੀ ਬਰਫ਼ ਦੇ ਵਿੱਚ, ਉਹ ਮੁੱਦਾ ਗੰਭੀਰ ਸੀ। ਕਿਸੇ ਨੇ ਕੋਈ ਚਰਚਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਗੱਲਬਾਤ ਕਿਤੇ ਹੋਈ ਹੈ, ਗੱਲਬਾਤ ਹੋਈ ਹੈ ਸਭ ਤੋਂ ਵੱਡੀ ਕਿ ਦੇਸ਼ ਦੇ ਉਪ ਰਾਸ਼ਟਰਪਤੀ ਜਿਹੜੇ ਨੇ ਉਹਨਾਂ ਦੀ ਮਮਿਕਰੀ ਕੀਤੀ ਗਈ। ਅਸੀਂ ਫਿਰ ਕਹਿੰਦੇ ਆ ਕਿ ਬਹੁਤ ਵੱਡਾ ਮਸਲਾ ਇਹ ਨਾ ਹੁੰਦਾ ਤਾਂ ਚੰਗਾ, ਪਰ ਅੱਜ ਤੋਂ 2002 ਤੋਂ ਲੈ ਕੇ ਹੁਣ ਤੱਕ ਦੇਖੋ ਤਾਂ ਸਹੀ, ਕਿੰਨੇ ਸਿਆਸਤਦਾਨਾਂ ਨੇ ਇਹ ਮਮਿਕਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਫੋਨ ਤੇ ਕਿੰਨਿਆਂ ਨੇ ਸੰਬੰਧ ਕੀਤਾ, ਕਿੰਨਿਆਂ ਨੇ ਇੱਕ ਦੂਸਰੇ ਨੂੰ ਫੋਨ ਕੀਤਾ ਪਹਿਲਾਂ ਵੀ ਕਿ ਆ ਭਾਈ ਸਾਰਾ ਕੁਝ ਗਲਤ ਹੋ ਰਿਹਾ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਧਨਖੜ ਸਾਹਿਬ ਨੂੰ ਜਦੋਂ ਫੋਨ ਕੀਤਾ, ਉਹਨਾਂ ਨੇ ਦੱਸਿਆ ਕਿ ਮੈਂ 20 ਸਾਲ ਤੋਂ ਇਹ ਸਾਰਾ ਕੁਝ ਸਹਿੰਦਾ ਪਿਆ, ਬਹੁਤ ਕੁਝ ਸਹਿੰਦੇ ਪਏ। ਬਹੁਤ ਸਾਰੇ ਸਿਆਸਤਦਾਨਾਂ ਨਾਲ ਇਦਾਂ ਹੁੰਦੀ ਹੈ, ਪਰ ਇਹ ਕੋਈ ਪਹਿਲੀ ਵਾਰ ਨਹੀਂ ਸੀ। ਪਾਰਲੀਮੈਂਟ ਦੇ ਵਿੱਚ ਜੋ ਮੁੱਦਾ ਉੱਠਿਆ ਸੀ ਉਹਨੂੰ ਦਬਾਉਣ ਦੇ ਲਈ ਕੀ ਸਾਰਾ ਕੁਝ ਕੀਤਾ ਗਿਆ। ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਪਏ ਨੇ, ਪਰ ਇੱਥੇ ਗੱਲ ਹੋ ਰਿਹਾ, ਮੁੱਦਾ ਤੇ ਇਸ ਤੋਂ ਵੀ ਸਭ ਤੋਂ ਵੱਡਾ ਹੈ। ਵੱਖ-ਵੱਖ ਸੂਬਿਆਂ ਦੇ ਗਵਰਨਰਾਂ ਨੇ ਕਿੰਨੇ ਬਿੱਲ ਰੋਕ ਕੇ ਰੱਖੇ ਆ। ਪੰਜਾਬ ਦੇ ਵਿੱਚ ਬਿੱਲ ਰੁਕਿਆ, ਕੇਰਲ ਦੇ ਕੀ ਹਾਲਾਤ ਨੇ, ਪੱਛਮੀ ਬੰਗਾਲ ਦੇ ਵਿੱਚ ਪਹਿਲਾਂ ਜਦੋਂ ਚੋਣਾਂ ਨਹੀਂ ਹੋਈਆਂ ਸੀਗੀਆਂ ਉਸ ਵੇਲੇ ਗਵਰਨਰ ਸਾਹਿਬ ਸੀ, ਕਿੱਦਾਂ ਦੇ ਹਾਲਾਤ ਸੀਗੇ, ਕਿਸੇ ਨੇ ਧਿਆਨ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਉਸ ਮਸਲੇ ਤੇ ਕਿਸੇ ਨੇ ਬੋਲਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਈ ਵਾਰ ਕਿ ਇਸ ਮਾਮਲੇ ਤੇ ਰਾਹੁਲ ਗਾਂਧੀ ਹੋਰਾਂ ਨੇ ਜਿੱਦਾਂ ਸਮੇਂ-ਸਮੇਂ ਤੇ ਕਿਹਾ ਕਿ ਭਾਈ ਗੌਤਮ ਅਡਾਨੀ ਦਾ ਮੁੱਦਾ ਕੋਈ ਬੋਲਦਾ ਨਹੀਂ, ਬੇਰੁਜ਼ਗਾਰੀ ਦਾ ਮੁੱਦਾ ਕੋਈ ਬੋਲਦਾ ਨਹੀਂ, ਇਸ ਕਰਕੇ ਜਦੋਂ ਬੋਲਦਾ ਉਹਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। ਅੱਜ ਵੀ ਰਾਹੁਲ ਗਾਂਧੀ ਹੋਰਾਂ ਨੇ ਵੀ ਇਸ ਮਸਲੇ ਤੇ ਬੋਲਣ ਦੀ ਕੋਸ਼ਿਸ਼ ਕੀਤੀ ਹੈ। ਅਗਨੀਵੀਰ ਸਕੀਮ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ। ਭਾਰਤ ਦੇ ਵਿੱਚ ਅਗਨੀਵੀਰ ਸਕੀਮ ਸ਼ੁਰੂ ਹੋਈ ਹੈ। ਹੁਣ ਅਗਨੀਵੀਰ ਸਕੀਮ ਦੇ ਵਿੱਚ ਕੀ ਸੀਗਾ ਕਿ ਜਿਹੜੇ ਜਵਾਨ ਨੇ ਉਹਨਾਂ ਨੂੰ 4 ਸਾਲ ਲਈ ਭਰਤੀ ਕਰਨਾ, ਉਸ ਤੋਂ ਬਾਅਦ 25% ਜਿਹੜੇ ਰੱਖ ਲਏ ਜਾਣਗੇ, 75% ਬਾਹਰ ਹੋ ਜਾਣਗੇ। ਹਾਲਾਂਕਿ ਕੱਲ ਇੱਕ ਕਿਤਾਬ ਰਿਲੀਜ਼ ਹੋਣੀ ਹੈ, ਆਉਣ ਵਾਲੇ ਸਮੇਂ 'ਚ ਇੱਕ ਪੋਸਟਰ ਰਿਲੀਜ਼ ਹੋਇਆ। ਹੁਣ ਦੇਸ਼ ਦੇ ਸਾਬਕਾ ਫੌਜ ਮੁਖੀ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਅਗਨੀਵੀਰ ਸਕੀਮ ਨੂੰ ਲੈ ਕੇ ਜਿਸ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ, ਉਹ ਤਾਂ ਕਹਿੰਦੇ ਆ ਕਿ ਫੌਜ ਦੀ ਸਲਾਹ ਤੋਂ ਬਿਨਾਂ ਹੀ ਇਹ ਸਕੀਮ ਤਿਆਰ ਕੀਤੀ ਗਈ। ਫੌਜ ਵਾਲੇ ਤਾਂ ਖੁਦ ਹੈਰਾਨ ਸੀਗੇ। ਤੇ ਜੇਕਰ ਸਾਨੂੰ ਪੁੱਛਿਆ ਗਿਆ ਸੀ ਜਿਹੜੀਆਂ ਚੀਜ਼ਾਂ ਕਹੀਆਂ ਵਿੱਚ ਸ਼ਾਮਲ ਹੀ ਨਹੀਂ ਕੀਤੀਆਂ ਗਈਆਂ, ਬਿਲਕੁਲ ਹੀ ਸਾਰਾ ਕੁਝ ਉਲਟ ਕੀਤਾ ਗਿਆ। ਇੱਕ ਬਹੁਤ ਵੱਡਾ ਸਿਆਸੀ ਪਟਾਕਾ ਪੈਣਾ। ਉਸ ਕਿਤਾਬ ਨੂੰ ਪਬਲਿਸ਼ ਹੋਣ ਲਈ ਮਨਜ਼ੂਰੀ ਮਿਲਣੀ ਹੈ ਜਾਂ ਨਹੀਂ ਮਿਲਣੀ ਹੈ ਨਹੀਂ ਪਤਾ, ਇਹ ਆਉਣ ਵਾਲਾ ਸਮਾਂ ਦੱਸੇਗਾ। 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਹ ਕਿਤਾਬ ਜਾਰੀ ਹੋਣੀ ਹੈ ਜਾਂ ਨਹੀਂ ਹੋਣੀ ਇਹ ਨਹੀਂ ਪਤਾ, ਪਰ ਐਮਐਨ ਨਰਵਾਣੇ ਹੋਣਾ ਨੇ ਜਿਹੜੀ ਕਿਤਾਬ ਲਿਖੀ ਹੈ ਉਹਦੇ ਵਿੱਚ ਬਹੁਤ ਸਾਰੇ ਖੁਲਾਸੇ ਕੀਤੇ ਹੈ। ਇੱਕ ਪ੍ਰੋਪੋਗੈਂਡਾ ਚੱਲ ਪਿਆ, ਸੋਸ਼ਲ ਮੀਡੀਆ ਤੇ ਚਰਚਾ ਚੱਲ ਪਈ ਕਿ ਇਹ ਤਾਂ ਆਪਣੀ ਕਿਤਾਬ ਨੂੰ ਜੀ ਮਸ਼ਹੂਰ ਕਰਨ ਦੇ ਲਈ ਪਹਿਲੇ ਹੀ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ। ਹੋ ਸਕਦਾ ਹੋਵੇ, ਪਰ ਜੇਕਰ ਵਿੱਚ ਇਹ ਗੱਲਾਂ ਕੀਤੀਆਂ ਗਈਆਂ ਜਿਹੜੀਆਂ ਮੀਡੀਆ ਦੇ ਵਿੱਚ ਇੱਕ ਕਰਕੇ ਆਉਣੀਆਂ ਸ਼ੁਰੂ ਹੋਈਆਂ, ਤਾਂ ਕੀ ਸੱਚਮੁੱਚ ਹੀ ਅਗਨੀਵੀਰ ਸਕੀਮ ਜਿਹੜੀ ਹੈ ਉਹ ਸ਼ੁਰੂ ਕਰਨ ਦੀ ਤਿਆਰੀ ਬਿਲਕੁਲ ਨਹੀਂ ਸੀ, ਫੌਜ ਇਹਦੇ ਹੱਕ ਵਿੱਚ ਨਹੀਂ ਸੀ? ਇਸ ਸਵਾਲ ਨੇ ਆਉਣ ਵਾਲੇ ਦਿਨਾਂ 'ਚ ਕੁਛ ਨਾ ਕੁਛ ਸਪਸ਼ਟੀਕਰਨ ਜ਼ਰੂਰ ਆਵੇਗਾ। ਪਰ ਇੱਥੇ ਰਾਹੁਲ ਗਾਂਧੀ ਹੋਰਾਂ ਨੂੰ ਜ਼ਰੂਰ ਸੁਣਨਾ ਹੈ। ਉਹਨਾਂ ਨੇ ਅਗਨੀਵੀਰ ਸਕੀਮ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਹੈ। ਇੱਕ ਨਜ਼ਰ ਪਹਿਲਾਂ ਰਾਹੁਲ ਗਾਂਧੀ ਹੋਰਾਂ ਦੀ ਉਸ ਸਪੀਚ ਵੱਲ ਦੀ ਮਾਰਦੇ ਹਾਂ। आप अग्निवीर योजना लाए हिंदुस्तान के युवाओं के हाथ से आपने देशभक्ति की जो फीलिंग होती है वो आपने छीनी। जब युवा खड़े हुए और कहते हैं हम अग्निवीर के खिलाफ हैं, तो आपने वीडियो कैमरे से उनके चेहरे देखे और उनको कह दिया कि भैया अगर आपने अग्निवीर के बारे में कुछ बोला आपको हम सरकारी नौकरी नहीं देंगे। तो आप सोचते हो आप हिंदुस्तान के युवा को डरा सकते हो, आप सोचते हो कि आप मीडिया को कंट्रोल कर सकते हो, आप सोचते हो कि आप देश का पूरा धन अदानी जी जैसे 2-3 लोगों को दे सकते हो। आप हिंदुस्तान को नहीं समझे, आप हिंदुस्तान के युवाओं को नहीं समझे।
हम सब ऑपोजिशन के नेता, ऑपोजिशन के कार्यकर्ता एक साथ खड़े हैं। और आप बात समझिए, ये लड़ाई नफरत और मोहब्बत के बीच में लड़ाई है। जैसे मैंने कहा, नफरत के बाजार में हम मोहब्बत की दुकान खोल रहे हैं। जितनी आप नफरत फैलाओगे, जितना आप लोगों को धमकाओगे, डराओगे, उतना इंडिया अलायंस मोहब्बत फैलाएगा, एकता और इज्जत फैलाएगा। ਰਾਹੁਲ ਗਾਂਧੀ ਹੋਰਾਂ ਨੂੰ ਤੁਸੀਂ ਸੁਣਿਆ ਹੈ ਅਗਨੀਵੀਰ ਸਕੀਮ ਨੂੰ ਲੈ ਕੇ ਜਿਹੜੀਆਂ ਗੱਲਾਂ ਕੀਤੀਆਂ। ਜਦੋਂ ਇਹ ਬਿਆਨ ਸਾਹਮਣੇ ਆਉਂਦਾ ਰਾਹੁਲ ਗਾਂਧੀ ਹੋਰਾਂ ਦਾ, ਤਾਂ ਉਸੇ ਵੇਲੇ ਭਾਜਪਾ ਦੇ ਲੀਡਰ ਨੇ ਮਨਜਿੰਦਰ ਸਿੰਘ ਸਿਰਸਾ ਸਾਹਿਬ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਿਰਸਾ ਸਾਹਿਬ ਕਹਿੰਦੇ ਰਾਹੁਲ ਗਾਂਧੀ ਜੋ ਕੁਝ ਕਹਿ ਰਹੇ ਸਾਰਾ ਕੁਝ ਗਲਤ ਹੈ। ਅਸੀਂ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੀ ਉਹ ਗੱਲਬਾਤ ਦੇਖਦੇ ਆ, ਉਹ ਪ੍ਰਤੀਕਿਰਿਆ ਦੇਖਦੇ ਆ ਜਿਹੜੀ ਰਾਹੁਲ गांधी होरा तो बाद उन्होंने दी है। आज राहुल गांधी जी, अग्निवीरों के अंदर देशभक्ति नहीं है, भारत की सरकार उनको देशभक्ति नहीं भर पाई, ऐसा ज्ञान बांट रहे थे। मैं उनको याद दिलाना चाहता हूं कि आपके परनाना पंडित जवाहरलाल नेहरू, उनकी आर्मी के प्रति क्या वफादारी थी। जो आजाद हिंद फौज में हमारी भारत की तब की ब्रिटिश इंडियन आर्मी जिसको कहते थे, बगावत करके सिंगापुर में और जापान के अंदर 1941 के अंदर उन्होंने आजाद हिंद फौज बनाई। भारत के लिए, आजादी के लिए वो लोग लड़े, और जब वो हारे और ब्रिटिश आर्मी से उनको पकड़कर जेलों में ले आई और लाल किले में लाकर बंद रखा 1944 से लेकर 46 तक। 46 में जब उनको छोड़ दिया गया, जो सरदार मोहन सिंह जनरल के अगुवाई में लड़ रहे थे, पंडित जवाहरलाल नेहरू 1947 में प्रधानमंत्री बनते हैं। और उन लोगों को जिन्होंने भारत के लिए लड़ाई लड़ी, ब्रिटिश इंडियन आर्मी छोड़कर आजाद हिंद फौज का हिस्सा बने, सुभाष चंद्र बोस जी के साथ अगुवाई में लड़ाई लड़ी, मोहन सिंह जनरल के साथ, उनको सेना में लेने से मना कर दिया, ये कहकर कि आपने ब्रिटिश इंडिया आर्मी में रहते हुए आर्मी का डिसिप्लिन नहीं माना था। मतलब तुम गद्दार बनकर रहते, तुमने आजादी की लड़ाई क्यों लड़ी, इसलिए उनको आर्मी में वापस नहीं लिया गया। ये इतिहास में दर्ज है। ऐसे लोग पंडित जवाहरलाल नेहरू जी की जो परदादे जिनके रहे हो, परनाने रहे हो, उनके आगे आके जनरेशन हमें ज्ञान दे, भारत के लोगों को, अग्निवीरों को भारतीय का ज्ञान दे, देशभक्ति का ज्ञान दे। भाई, इससे बड़ा मुझे लगता है शर्मसार वाकया देश में नहीं हो सकता। आपको अपने परनाना का इतिहास पढ़ना चाहिए। वाकई जेकर इत्थे रौला अग्निवीर स्कीम ਨੂੰ ਲੈ ਕੇ ਪੈ ਰਿਹਾ ਹੈ, ਮਨਜਿੰਦਰ ਸਿੰਘ ਸਿਰਸਾ ਕੁਝ ਕਹਿ ਰਹੇ ਨੇ, ਰਾਹੁਲ ਗਾਂਧੀ ਕੁਝ ਵੱਖਰਾ ਕਹਿ ਰਹੇ ਨੇ, ਤਾਂ ਆਉਂਦੇ ਦਿਨਾਂ ਨੂੰ ਦੇਖਦੇ ਹਾਂ ਗੱਲ ਕਿੱਧਰ ਨੂੰ ਜਾਂਦੀ ਹੈ। ਪਰ ਇੰਨਾ ਜ਼ਰੂਰ ਹੈ कि साबका फौज मुखी की किताब आने तो बाद कई तरह के होर खुलासे होने की संभावना है। राहुल गांधी होरां दा जिक्र आउंदा है ते नाल दी नाल असीं दिल्ली की गल करते हैं। जंतर मंतर ते एक रोस प्रदर्शन चलदा पिया, वो इंडिया गठजोड़ वालियां ने कीता। पार्लीमेंट दे विचों जिहड़े मैंबर मुअत्तल कीते गए ने, वैसे तां सैशन खत्म हो गया, उन्होंने विरोध प्रदर्शन किया। वो कहंदे ने कि केंद्र सरकार इस वेले धक्का करदी है, लोकतंत्र खतरे दे विच है, संसद की सुरक्षा इस मसले ते कोई नहीं बोलता पिया। सवाल राहुल गांधी होरां ने फिर चुके ने। मीडिया नूं जांदे जांदे ये गल भी कही है कि साडी खबर भी माड़ी चला दिया करो, क्योंकि कोई भी साडे वल इस वेले ध्यान नहीं रखता पिया। राहुल गांधी होरां दी शब्दावली सी, उन्हां नूं क्यों लग्गा पता नहीं। पर जदों इत्थे सवालां दी गल करदे हैं तां संसद दी सुरक्षा विच ढिल नूं लैके केंद्र सरकार ने कहंदे कोताही वरती है। नौजवान पार्लीमेंट दे विच आ गए, उन्हां दे कोल कुछ होर भी पदार्थ हो सकदे सी, हो सकदा किसी दा नुकसान भी हो जांदा है। पर यह तो दस्यो कि उन्होंने घुसपैठ की क्यों है, कि इसका कारण बेरोजगारी सीगा। अज देश के नौजवानों को रोजगार नहीं मिल रहा, इस करके उन्होंने एडा वड्डा कदम चुकिया। कोई कहता पिया जी जिद्दां साडे देश भगत सीगे, उन्होंने अंग्रेजां दे विच इह दिखाउण दे लई कि असीं हमला नहीं करना, असीं गलत नहीं करना कुछ भी, पर तुहाडे अखां ते कंन खोलणे ने, इह इसे करके यह हमला किया गया। पर फिर भी मसले दा कुछ तो कुछ बन गया। इस मसले दे विच सब तो वड्डी गल तां यह है कि बंदे अंदर तक पहुंचते किवें ने। जेकर एक भाजपा के लीडर ते दोष लग्या कि उन्हां दे पास जां उन्हां दे परमिशन दे नाल पास बनदे ने, तां किसी ने भी पुछण दी कोशिश ही नहीं कीती। सवाल कल भी पार्लीमेंट दे विच उठिया सी, पार्लीमेंट मैंबरां ने भी यह गल कीती। वो कहंदे कि इस मसले ते किसी ने गल करन दी कोशिश ही नहीं कीती कि तुसीं दस्सो सही, जिहड़े सवाल करदे उन्हां नूं बाहर कर दित्ता, जिन्हां दे कहण ते सारा कुछ होया, अंदर एंट्री हुंदी उन्हां नूं कोई बुलाउंदा ही नहीं पिया, पुछदे नहीं पिया। फिर बहुत सारिया गल्लां लगदियां ने। रणदीप सुरजेवाला ने कांग्रेस के जनरल सकत्तर,
ਉਹਨਾਂ ਨੇ ਕਿਹਾ ਕਿ ਦੇਸ਼ ਦੀ ਸੰਸਦ ਵਿੱਚ ਲੋਕਾਂ ਨੂੰ ਆਵਾਜ਼ ਉਠਾਉਣ ਦੀ ਇਜਾਜ਼ਤ ਹੀ ਨਹੀਂਗੀ ਤੇ ਪਾਰਲੀਮੈਂਟ ਦੀ ਤਾਂ ਲੋੜ ਹੀ ਕੀ ਹੈ ਫਿਰ, ਤੁਸੀਂ ਬਾਹਰਲੇ ਪਾਸੇ ਬਹਿ ਲਿਆ ਕਰੋ ਸਾਰੇ ਜਣੇ। ਗੱਲ ਇਹ ਵੀ ਠੀਕ ਜਾਪਦੀ ਹੈ। ਉਧਰਲੇ ਪਾਸੇ ਗੌਰਵ ਗੋਗੋਈ ਨੇ, ਕਾਂਗਰਸ ਦੇ ਸੀਨੀਅਰ ਲੀਡਰ ਨੇ, ਹੁਣ ਇਹਨਾਂ ਨੇ ਵੀ ਕਿਹਾ ਕਿ ਮੋਦੀ ਸਰਕਾਰ ਦੇ ਹੰਕਾਰ ਨੂੰ ਤੋੜਨ ਦਾ ਸਮਾਂ ਆ ਗਿਆ, ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਪਰ ਰਾਹੁਲ ਗਾਂਧੀ ਨੇ ਜਦੋਂ ਜੰਤਰ ਮੰਤਰ ਤੇ ਗੱਲਾਂ ਬਾਤਾਂ ਕੀਤੀਆਂ ਨੇ ਤਾਂ ਰਾਹੁਲ ਗਾਂਧੀ ਹੋਰਾਂ ਨੇ ਉਹਨਾਂ ਗੱਲਾਂ ਬਾਤਾਂ ਦੇ ਵਿੱਚ ਕੁਝ ਕੁ ਜ਼ਿਕਰ ਜਿਹੜੇ ਕੀਤੇ ਆ, ਸ਼ਬਦਾਵਲੀ ਜਿਹੜੀ ਵਰਤੀ ਹੈ, ਕੱਲ ਨੂੰ ਫਿਰ ਵਿਰੋਧ ਹੋ ਸਕਦਾ ਕਿਉਂਕਿ ਬਹੁਤ ਸਾਰੇ ਲੀਡਰ ਕਿਸੇ ਵੇਲੇ ਇਦਾਂ ਦੇ ਸ਼ਬਦ ਵਰਤ ਲੈਂਦੇ ਆ। ਤੱਤੇ ਤੱਤੇ ਘਾਹ ਜਿੱਦਾਂ ਕਹਿੰਦੇ ਹੁੰਦੇ ਨਾ, ਜ਼ਖਮ ਦਾ ਨਹੀਂ ਪਤਾ ਲੱਗਦਾ, ਤੇ ਬੰਦਾ ਮੂਡ ਦੇ ਵਿੱਚ ਹੋਵੇ, ਫਲੋ ਦੇ ਵਿੱਚ ਹੋਵੇ ਤਾਂ ਕਈ ਸ਼ਬਦ ਇਦਾਂ ਦੇ ਬੋਲ ਦਿੰਦਾ ਜਿਹਦਾ ਪਤਾ ਨਹੀਂ ਲੱਗਦਾ। ਪਰ ਇਹ ਬੋਲ ਹੋ ਜਾਂਦੇ ਆ ਜਾਂ ਸੋਚ ਸਮਝ ਕੇ ਬੋਲੇ ਜਾਂਦੇ ਆ। ਇਹ ਲੀਡਰਾਂ ਦੇ ਮਨਾਂ ਨੂੰ ਪੜ੍ਹਨਾ ਸਮਝਣਾ ਬਹੁਤ ਔਖਾ ਹੈ। ਪਰ ਰਾਹੁਲ ਗਾਂਧੀ ਹੋਰਾਂ ਨੇ ਜੰਤਰ ਮੰਤਰ ਤੇ ਕਿਹੜੀਆਂ ਗੱਲਾਂ ਹੋਰ ਕਹੀਆਂ ਨੇ, ਇੱਕ ਨਜ਼ਰ ਉੱਧਰ ਵੀ ਮਾਰਦੇ ਆ। जो अपने आप को देशभक्त कहते हैं, हवा निकल गई उनकी। वो टीवी पे आपको नहीं दिखा, वो हमें दिख रहा था पीछे से। खैर, सवाल ये, सबसे पहली बात, अंदर कैसे आए? सिक्योरिटी ब्रीच की बात हुई, सही है। अंदर कैसे आए? पार्लियामेंट के अंदर वो गैस का सिलेंडर ले आए। अगर गैस का सिलेंडर ला सकते थे तो कुछ और भी ला सकते थे। दूसरा सवाल, सिक्योरिटी ब्रीच का सवाल तो है, मगर दूसरा सवाल भी है, उन्होंने ये प्रोटेस्ट क्यों करी? उसका कारण क्या था? बेरोजगारी। देश में भयंकर बेरोजगारी। इस देश का युवा आज रोजगार नहीं पा सकता है। मैंने किसी से कहा, जो सर्वे करते हैं, मैंने किसी से कहा एक काम करो, एक छोटा सा सर्वे करो, किसी भी शहर में चले जाओ, छोटा सा सर्वे करो, पता लगाओ कि हमारे जो युवा हैं हिंदुस्तान के, भैया ठहर जाओ, हिंदुस्तान के जो युवा हैं, ये जो आपने सेलफोन पकड़ रखे हैं, इस पे दिन में कितना घंटा, मतलब इंस्टाग्राम पे, फेसबुक पे, ट्विटर पे कितने घंटे रहते हैं? मैंने ये सवाल पूछा और छोटी सी सर्वे करा दी, कोई बड़ी सर्वे नहीं, बस चेक करने के लिए। मैं हैरान हो गया, 7.5 घंटे जवाब मिला। 7.5 घंटे युवा फेसबुक पे, इंस्टाग्राम पे, ट्विटर पे, ईमेल पे, अपने फोन पर, जैसे देखिए यहां पे सारे के सारे लोग फोन लिए पकड़े हुए हैं, देख रहे हैं। 7.5 घंटे नरेंद्र मोदी जी की सरकार में हिंदुस्तान का युवा सेलफोन पे बैठा है। क्यों? क्योंकि नरेंद्र मोदी जी ने उसको रोजगार नहीं दिया है, रोजगार उससे छीन लिया है और उसको एक ही रास्ता दिया है, सेलफोन पर इंस्टाग्राम को मतलब देखते रहो, 24 घंटा देखते रहो। ये है हिंदुस्तान की हालत, सच्ची हालत। इसीलिए ये जो युवा थे जिन्होंने सिक्योरिटी ब्रीच जरूर की, वो भी आपकी गलती है, इसलिए वो पार्लियामेंट हाउस में कूद कर आए। ये भावना हिंदुस्तान के हर युवा के दिल में है। अब देखिए, मीडिया में यह बात नहीं आई कि देश में बेरोजगारी है। नहीं, मीडिया ने देश में बेरोजगारी की बात नहीं की।
मीडिया क्या कहती है? मीडिया कहती है कि पार्लियामेंट के बाहर सांसद लोग बैठे थे, वहां पे राहुल गांधी ने वीडियो ले लिया। मतलब इन्होंने ये नहीं कहा कि 150 सांसदों को बाहर कर दिया, पार्लियामेंट के बाहर खड़ा कर दिया। यह सवाल मीडिया ने नहीं पूछा, क्यों किया, कैसे किया। अमित शाह से सवाल पूछा कि भैया आप होम मिनिस्टर हो, ये दो युवा जंप करके कैसे आ गए। बेरोजगारी पे 2 सवाल पूछे और 150 लोगों को उठा के बाहर कर दिया। ਰਾਹੁਲ ਗਾਂਧੀ ਹੋਰਾਂ ਨੂੰ ਤੁਸੀਂ ਸੁਣਿਆ, ਜੇਕਰ ਸੁਰੱਖਿਆ ਦੀ ਗੱਲ ਚੱਲਦੀ ਪਈ ਹੈ ਤਾਂ ਆਉਂਦੇ ਦਿਨਾਂ ਨੂੰ ਪਾਰਲੀਮੈਂਟ ਦੀ ਸੁਰੱਖਿਆ ਦਾ ਜ਼ਿੰਮਾ ਵੀ ਹੁਣ ਕਹਿੰਦੇ ਆ ਕਿ CISF ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵੈਸੇ ਤਾਂ ਦੇ ਹੀ ਦਿੱਤਾ, ਅਧਿਕਾਰਿਕ ਤੌਰ ਤੇ ਇਹਦਾ ਐਲਾਨ ਹੋਣਾ ਹੈ। ਦੇਖੋ ਇੱਕ ਗੱਲ ਤਾਂ ਇੱਥੇ ਹੈਗੀ ਹੈ ਕਿ ਜਿਸ ਹਿਸਾਬ ਦੇ ਨਾਲ ਇਹ ਸੁਰੱਖਿਆ ਦੇ ਵਿੱਚ ਬਹੁਤ ਵੱਡਾ ਮਸਲਾ ਸਾਹਮਣੇ ਆਇਆ ਹੈ, ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸੀ, ਕੁਛ ਨਾ ਕੁਛ ਕਰਨ ਦੀ ਤਾਂ ਜ਼ਰੂਰਤ ਸੀਗੀ। ਪਰ ਕਰੋੜਾਂ ਰੁਪਏ ਖਰਚ ਕੇ ਜੋ ਇਮਾਰਤਾਂ ਬਣਾਈਆਂ ਗਈਆਂ ਨੇ, ਜਿਹਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਿ ਪਹਿਲਾਂ ਜਿਹੜੀ ਦਰਸ਼ਕ ਗੈਲਰੀ ਹੈ ਇੰਨੀ ਨੀਵੀਂ ਨਹੀਂ ਸੀਗੀ, ਕਿਸ ਤਰ੍ਹਾਂ ਉੱਥੋਂ ਲਟਕ ਕੇ 2 ਜਣੇ ਥੱਲੇ ਛਾਲ ਮਾਰ ਦਿੰਦੇ ਨੇ। ਇਹਦਾ ਮਤਲਬ ਬਹੁਤੀ ਚਾਈ ਨਹੀਂਗੀ ਕਿ ਦਰਸ਼ਕ ਗੈਲਰੀ ਦਾ ਜਿਹੜਾ ਪ੍ਰਬੰਧ ਸੀ ਕਿਤੇ ਹੋਰ ਕਰਨਾ ਚਾਹੀਦਾ ਸੀ, ਸਵਾਲ ਇਹ ਵੀ ਹੈ। ਪਰ ਹੁਣ ਜਦੋਂ ਦਿੱਲੀ ਪੁਲਿਸ ਦੇ ਅਧੀਨ ਹੁੰਦਾ ਸੀ ਇਹ ਸਾਰਾ ਮਹਿਕਮਾ, ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੇ ਅਧੀਨ ਹੁੰਦੀ ਸੀ, ਇਹ ਹੁਣ ਸਾਰਾ ਕੁਝ CISF ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣ ਕਹਿੰਦੇ ਪਏ ਆ ਕਿ ਜੇਕਰ ਕਿਸੇ ਨੇ ਅੰਦਰ ਜਾਣਾ, ਬੂਟਾਂ ਦੀ ਚੈਕਿੰਗ ਵੀ ਹੋਵੇਗੀ ਕਿ ਉੱਥੇ ਫੁੱਲ ਬੋਡੀ ਸਕੈਨਰ ਲਗਾਏ ਜਾਣਗੇ। ਜੇਕਰ 에ਅਰਪੋਰਟ ਦੇ ਉੱਪਰ ਫੁੱਲ ਬੋਡੀ ਸਕੈਨਰ ਲਗਾਏ ਨੇ, ਚੈਕਿੰਗ ਹੁੰਦੀ ਹੈ, ਤਾਂ ਇੱਥੇ ਕਿਉਂ ਨਹੀਂ ਲਗਾਏ ਜਾ ਸਕਦੇ ਸੀ? ਇੱਥੇ ਕਿਉਂ ਨਹੀਂ ਪਹਿਲਾਂ ਕੀਤਾ? ਸੈਂਟਰਲ ਵਿਸਟਰਾ ਦਾ ਪ੍ਰੋਜੈਕਟ 20,000 ਕਰੋੜ ਰੁਪਏ ਦੇ ਲਗਭਗ ਹੈ। ਜੇਕਰ ਕਰੋੜਾਂ ਰੁਪਏ ਖਰਚ ਕੇ ਵੀ ਇਸ ਤਰ੍ਹਾਂ ਦੀ ਕਮੀ ਪੇਸ਼ੀ ਰਹਿ ਜਾਂਦੀ ਹੈ, ਚਲੋ ਅਸੀਂ ਨਹੀਂ ਕਹਿੰਦੇ ਕਿ ਹਰ ਵਾਰ ਹਰ ਇਨਸਾਨ ਗਲਤੀਆਂ ਕਰਦਾ ਹੀ ਨਹੀਂ, ਉਹ ਸੰਪੂਰਨ ਨਹੀਂ ਹੁੰਦਾ, ਹਰ ਵੇਲੇ ਗਲਤੀਆਂ ਹੋ ਜਾਂਦੀਆਂ, ਪਰ ਕਰੋੜਾਂ ਰੁਪਏ ਖਰਚ ਕੇ ਐਡੀ ਵੱਡੀ ਗਲਤੀ ਹੋ ਜਾਣੀ, ਲੋਕ ਤਾਂ ਫਿਰ ਸਵਾਲ ਖੜੇ ਕਰਨਗੇ ਹੀ। ਹੁਣ ਕਿਹਾ ਜਾ ਰਿਹਾ ਹੈ ਕਿ ਇੱਥੇ ਸਮਾਨ ਦੀ ਜਾਂਚ ਲਈ ਐਕਸ-ਰੇ ਮਸ਼ੀਨਾਂ ਰਾਹੀਂ ਸਾਰੀ ਤਲਾਸ਼ੀ ਲਈ ਜਾਣੀ ਹੈ ਤੇ ਉਧਰਲੇ ਪਾਸੇ ਡਿਟੈਕਟਰ ਵੀ ਲਗਾਏ ਜਾਣੇ ਆ। ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਕਿ ਆਉਂਦੇ ਦਿਨਾਂ ਨੂੰ ਮੈਟਰੋ ਸਟੇਸ਼ਨ ਜਾਂ ਫਿਰ ਜਿਸ ਹਿਸਾਬ ਦੇ ਨਾਲ ਉੱਥੇ ਅਦਾਰੇ ਆਉਂਦੇ ਆ ਉਡਾਨ ਉਦਯੋਗ ਸੰਬੰਧੀ, ਜਾਂ ਉਸ ਤੋਂ ਇਲਾਵਾ ਹੋਰ ਵੀ ਨੀਮ ਫੌਜੀ ਹਵਾਈ ਅੱਡੇ ਨੇ, ਇਹਨਾਂ ਸਾਰਿਆਂ ਤੇ ਜ਼ਿੰਮੇਵਾਰੀ ਪਹਿਲਾਂ ਵੀ CISF ਦੀ ਹੈ ਤੇ ਹੁਣ ਵੀ ਆਉਂਦੇ ਦਿਨਾਂ ਨੂੰ ਇਹ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ। ਦੂਸਰੀ ਗੱਲ ਜਿਹੜੀ ਇੱਥੇ ਵੱਡੀ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚਾਹੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਚਾਹੇ ਹੋਰ ਵੀ ਬਹੁਤ ਸਾਰੇ ਸਿਆਸਤਦਾਨ, ਭਾਰਤ ਦੇ 545 ਲੋਕ ਸਭਾ ਦੇ ਮੈਂਬਰ ਤੇ 250 ਰਾਜ ਸਭਾ ਦੇ ਮੈਂਬਰ, ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੋਏ ਸੀਗੇ। ਜਦੋਂ ਹੁਣ ਐਡੀ ਵੱਡੀ ਜ਼ਿੰਮੇਵਾਰੀ CISF ਨੂੰ ਦਿੱਤੀ ਗਈ ਹੈ ਤਾਂ ਆਉਂਦੇ ਦਿਨਾਂ ਨੂੰ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸਾਰਾ ਕੁਝ ਠੀਕ ਰਹਿ ਸਕਦਾ। ਸੁੱਖ ਮੰਗਦੇ ਭਾਈ ਅਸੀਂ ਵੀ ਸਾਰਾ ਕੁਝ ਹੋਵੇ। ਜਦੋਂ 2002 ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਤਾਂ ਉਸ ਵੇਲੇ ਅੰਦਰ ਕੋਈ ਨਹੀਂ ਜਾ ਸਕਿਆ ਸੀਗਾ, ਪਰ ਹੁਣ ਪਾਰਲੀਮੈਂਟ ਮੈਂਬਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਨਹੀਂ, ਪਹੁੰਚ ਚੁੱਕੇ ਸੀਗੇ। ਐਡੀ ਵੱਡੀ ਘਟਨਾ ਉੱਥੇ ਵਾਪਰੀ ਹੈ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕੁਝ ਵੀ ਹੋ ਸਕਦਾ ਸੀ, ਪਰ ਫਿਰ ਵੀ ਉਹ ਕਹਿੰਦੇ ਸੀ ਕਿ ਅਸੀਂ ਇੱਕ ਸੰਕੇਤ ਦਿੱਤਾ ਕਿ ਉਹ ਵਾਕਈ ਬੇਰੁਜ਼ਗਾਰ ਸੀ, ਜਿਹਦੇ ਕਰਕੇ ਇਹ ਸਾਰੀ ਘਟਨਾ ਵਾਪਰੀ ਹੈ। ਆਉਣ ਵਾਲਾ ਸਮਾਂ ਦੱਸੇਗਾ, ਜਾਂਚ ਦਾ ਹਿੱਸਾ ਹੈ। ਗੱਲ ਕਰਦੇ ਆ ਪੰਜਾਬ ਦੀ ਕਰਜ਼ਾ ਹੱਦ ਦੀ। ਕੇਂਦਰ ਸਰਕਾਰ ਨੇ ਕਰਜ਼ਾ ਹੱਦ ਦੇ ਵਿੱਚ ਕਟੌਤੀ ਕਰ ਦਿੱਤੀ ਹੈ ਤੇ ਇਹ ਕਟੌਤੀ 2300 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ। ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਸਰਕਾਰ ਦੇ ਕਈ ਫੰਡ ਵੀ ਰੋਕੇ ਗਏ। ਕੇਂਦਰ ਸਰਕਾਰ ਨੇ ਫੰਡ ਰੋਕੇ, ਉਹ ਕਰੋੜਾਂ ਰੁਪਏ ਰਕਮ ਬਣਦੀ ਹੈ। ਪਹਿਲਾਂ 5000 ਕਰੋੜ ਸੀ, ਕਰਦੇ ਕਰਦੇ 6000 ਕਰੋੜ ਤੋਂ ਉੱਪਰ ਦੀ ਉਹ ਰਕਮ ਬਣ ਚੁੱਕੀ ਹੈ। ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਕਿ ਪਿਛਲੀ ਸਰਕਾਰ ਦੇ ਸਮੇਂ ਕੁਝ ਕੁ ਅਣਗਹਿਲੀਆਂ ਹੋਈਆਂ, ਕੁਝ ਕੁ ਕੰਮ ਇਸ ਤਰ੍ਹਾਂ ਦੇ ਸੀ ਜਿਹੜੇ ਸਹੀ ਤਰੀਕੇ ਨਾਲ ਨਹੀਂ ਕੀਤੇ ਗਏ, ਗਲਤੀਆਂ ਉਹਨਾਂ ਦੀਆਂ ਤੇ ਭੁਗਤਦੇ ਅਸੀਂ ਪਏ ਹਾਂ। ਇਸੇ ਕਰਕੇ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਸਾਨੂੰ ਭਾਈ ਫੰਡਾਂ ਦਾ ਦਿਓ ਹਿਸਾਬ ਕਿਤਾਬ ਪੂਰਾ, ਕਿਉਂਕਿ ਕੁਝ ਕੁ ਸਕੀਮਾਂ ਉਹ ਨੇ ਜਿਹੜੀਆਂ ਕੇਂਦਰ ਸਰਕਾਰ ਨੇ ਚਲਾਈਆਂ, ਪੰਜਾਬ ਸਰਕਾਰ ਉਹਦੇ ਵਿੱਚ ਮਾੜੇ ਜਿਹਾ ਬਦਲਾਅ ਕਰਕੇ ਤੇ ਆਪਣਾ ਨਾਂ ਲੈ ਕੇ ਉਹ ਸਕੀਮਾਂ ਚਲਾ ਰਹੀ ਹੈ ਤੇ ਕੇਂਦਰ ਸਰਕਾਰ ਦੇ ਕੋਲ ਕਹਿੰਦੇ ਇੰਨੇ ਪੈਸੇ ਨਹੀਂਗੇ ਕਿ ਸਕੀਮਾਂ ਤੁਸੀਂ ਚਲਾਓ, ਨਾਮ ਤੁਹਾਡਾ ਹੋਵੇ ਤੇ ਪੈਸੇ ਅਸੀਂ ਭਰੀਏ। ਇੱਕ ਸੰਕੇਤ ਦੇ ਵਿੱਚ ਇਹ ਗੱਲ ਕਹੀ ਗਈ। ਪਰ ਹੁਣ ਜਦੋਂ ਇਹ ਚਰਚਾ ਚੱਲਦੀ ਪਈ ਹੈ ਕਿ 2300 ਕਰੋੜ ਰੁਪਏ ਦੀ ਕਟੌਤੀ ਕਰਜ਼ੇ ਦੇ ਵਿੱਚ ਕਰ ਦਿੱਤੀ ਗਈ ਹੈ, ਤਾਂ ਹੋ ਸਕਦਾ ਕਿ ਸਮੱਸਿਆ ਥੋੜੀ ਜਿਹੀ ਵੱਧ ਜਾਵੇ, ਕਿਉਂਕਿ ਕੇਂਦਰ ਦੇ ਵਿੱਤ ਮੰਤਰਾਲੇ ਨੇ ਇਸ ਵਾਰ ਪਾਵਰਕੌਮ ਦੇ ਸਾਲ 2022-23 ਦੇ 4700 ਕਰੋੜ ਰੁਪਏ ਦੇ ਵਿੱਤੀ ਘਾਟੇ ਦਾ ਹਵਾਲਾ ਦਿੱਤਾ। ਹਾਲਾਂਕਿ ਪੰਜਾਬ ਸਰਕਾਰ ਨੇ ਫਿਰ ਇੱਥੇ ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਦੂਸਰੇ ਸਿਆਸਤਦਾਨ ਜਿਹੜੇ ਆ ਉਹ ਕਹਿੰਦੇ ਪਏ ਆ ਕਿ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ,
ਪਿਛਲੇ ਸਮੇਂ ਦੀਆਂ ਨੀਤੀਆਂ ਹੀ ਕੁਝ ਇਸ ਤਰ੍ਹਾਂ ਦੀਆਂ ਸੀਗੀਆਂ ਜਿਨ੍ਹਾਂ ਦੇ ਕਰਕੇ ਇਹ ਸਾਰਾ ਕੁਝ ਗੜਬੜੀ ਹੋਈ ਹੈ ਕਿ ਵਾਕਈ ਨੀਤੀਆਂ ਦੇ ਵਿੱਚ ਬਹੁਤ ਵੱਡੀ ਗਲਤੀ ਸੀ ਕਿ ਕਿਤੇ ਨਾ ਕਿਤੇ ਬਦਲਾਅ ਕਰਨ ਦੀ ਜ਼ਰੂਰਤ ਹੈ। ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਚੱਲਦੀਆਂ। ਹੁਣ 2023-24 ਵਿੱਚ ਸੂਬੇ ਦੀ ਕਰਜ਼ਾ ਲੈਣ ਦੀ ਮਨਜ਼ੂਰਸ਼ੁਦਾ ਹੱਦ ਜਿਹੜੀ ਹੈ 2300 ਕਰੋੜ ਰੁਪਏ ਦੀ ਜਿਹੜੀ ਕਟੌਤੀ ਕੀਤੀ ਹੈ। 45,730 ਕਰੋੜ ਤੇ 35 ਲੱਖ ਰੁਪਇਆ ਇਹ ਪਹਿਲਾਂ ਰਕਮ ਬਣਦੀ ਸੀ ਤੇ ਹੁਣ ਇਹਦੇ ਵਿੱਚੋਂ 2300 ਕਰੋੜ ਦੀ ਕਟੌਤੀ ਹੋ ਜਾਣੀ ਹੈ। ਪਹਿਲੇ ਵਿੱਤੀ ਸੰਕਟ ਦੇ ਨਾਲ ਸੂਬਾ ਜੂਝ ਰਿਹਾ। ਦੂਜੇ ਪਾਸੇ ਕਰਜ਼ਾ ਜਿਹੜਾ ਲੈ ਰਹੇ ਨੇ ਉਹਦੇ ਵਿੱਚ ਪੰਜਾਬ ਨੰਬਰ 1 ਹੈ। 46% ਕਰਜ਼ਾ ਵੱਧ ਚੁੱਕਿਆ ਪੰਜਾਬ ਦਾ। ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਕਰਜ਼ਾ ਲਿਆ ਪਰ ਕਾਂਗਰਸ ਦੀ ਸਰਕਾਰ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ, ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਰਜ਼ਾ ਕਈ ਲਿਆ। 1980 ਦਾ ਵੇਲਾ ਜਦੋਂ ਭਾਰਤ ਦੀ GDP ਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਸੀ, ਕੋਈ ਕਰਜ਼ਾ ਨਹੀਂ ਸੀ ਕਿਸੇ ਤਰ੍ਹਾਂ ਦਾ, ਪਰ ਉਸ ਤੋਂ ਬਾਅਦ ਕੀ ਇਦਾਂ ਦਾ ਹੋ ਗਿਆ ਕਿ ਜਿਹੜਾ ਕਰਜ਼ਾ ਲੈਣ ਦੀ ਜ਼ਰੂਰਤ ਪਈ। ਅੱਜ ਕਿਹਾ ਜਾ ਰਿਹਾ ਹੈ ਕਿ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ, ਪਰ ਨਹੀਂ, ਹੁਣ ਇਹ 2.25 ਲੱਖ ਕਰੋੜ ਤੋਂ ਵੀ ਟੱਪ ਜਾਣਾ। ਹੋ ਸਕਦਾ 3.25 ਲੱਖ ਰੁਪਏ ਹੋ ਜਾਵੇ ਕਰੋੜ, ਪਰ ਰਕਮ ਕਿੰਨੀ ਵੱਧਦੀ ਹੈ ਕਿੰਨੀ ਨਹੀਂ ਸਾਨੂੰ ਨਹੀਂ ਪਤਾ। ਸਰਕਾਰ ਕਹਿ ਰਹੀ ਹੈ ਕਿ ਅਸੀਂ ਕਰਜ਼ਾ ਉਤਾਰਦੇ ਪਏ ਨਾਲੋਂ ਨਾਲ, ਪਰ ਕੇਂਦਰ ਸਰਕਾਰ ਵੱਲੋਂ ਕਟੌਤੀ ਕੀਤੀ ਗਈ ਹੈ। ਇਹਦੇ ਨਾਲ ਸਮੱਸਿਆ ਕਿਤੇ ਨਾ ਕਿਤੇ ਸਰਕਾਰ ਨੂੰ ਆ ਵੀ ਸਕਦੀ ਹੈ। ਅੱਗੇ ਵਧਦੇ ਹਾਂ, ਗੱਲ ਕਰਨੀ ਆ ਬਹਿਬਲ ਕਲਾਂ ਗੋਲੀकांड ਦੀ, ਕਿਉਂਕਿ ਬਹਿਬਲ ਕਲਾਂ ਗੋਲੀकांड ਤੇ ਕੋਟਕਪੂਰਾ ਗੋਲੀकांड ਦੀ ਘਟਨਾ ਜਦੋਂ ਵਾਪਰਦੀ ਹੈ ਤਾਂ ਉਸ ਵੇਲੇ ਬਹੁਤ ਸਾਰੇ ਸਵਾਲ, ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ। ਇੱਕ ਸਮਾਂ ਸੀ ਜਦੋਂ ਇਨਸਾਫ ਪ੍ਰਾਪਤ ਕਰਨ ਦੇ ਲਈ ਸਮੇਂ-ਸਮੇਂ ਤੇ ਧਰਨਾ ਲਗਾਇਆ ਗਿਆ। ਉਹ ਧਰਨਾ ਕਈ ਲੀਡਰਾਂ ਨੇ ਵਿੱਚ ਹਾਜ਼ਰੀ ਵਿੱਚ ਲਗਾਇਆ ਗਿਆ ਤੇ ਕਿਸੇ ਵੇਲੇ ਉਹਨਾਂ ਲੀਡਰਾਂ ਨੇ ਹੀ ਉਹ ਧਰਨੇ ਨੂੰ ਚੁਕਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਅੱਜ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड ਮਾਮਲਿਆਂ ਦੀ ਫਰੀਦਕੋਟ ਅਦਾਲਤ ਵਿੱਚ ਸੁਣਵਾਈ ਹੋਈ ਹੈ ਤੇ ਇਹਦੇ ਵਿੱਚ ਫੈਸਲਾ ਕੀ ਲਿਆ ਗਿਆ ਕਿ ਜਿਹੜੀ SIT ਦੀ ਸਟੇਟਸ ਰਿਪੋਰਟ ਹੈ ਉਹ ਪੇਸ਼ ਕੀਤੀ ਗਈ ਤੇ ਹੁਣ ਜਿਹੜੇ ਧਰਨਾਕਾਰੀ ਨੇ, ਪ੍ਰਦਰਸ਼ਨਕਾਰੀ ਨੇ, ਉਹਨਾਂ ਨੇ ਕਿਹਾ ਕਿ ਅਸੀਂ ਧਰਨਾ ਚੁੱਕਾਂਗੇ। ਕਿੰਨਾ ਸਹੀ ਹੈ? ਪ੍ਰਾਈਮ ਏਸ਼ੀਆ TV ਦੇ ਪੱਤਰਕਾਰ ਨੇ ਜੱਸੀ ਬਰਾੜ। ਹੁਣ ਜੱਸੀ ਬਰਾੜ ਹੋਰਾਂ ਨਾਲ ਅਸੀਂ ਗੱਲਬਾਤ ਕਰਾਂਗੇ, ਇਹ ਪੁੱਛਣ ਦਾ ਉਹਨਾਂ ਨੂੰ ਯਤਨ ਕਰਾਂਗੇ ਕਿ ਉੱਥੇ ਆਖਰ ਕੀ ਕੁਝ ਵਾਪਰਿਆ ਤੇ ਕਿਹੜੀ ਸਰਕਾਰ ਅਦਾਲਤ ਨੇ ਕੀ ਗੱਲ ਕਹੀ ਹੈ। ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰਾਈਮ ਏਸ਼ੀਆ TV ਤੇ। ਬਹੁਤ ਬਹੁਤ ਧੰਨਵਾਦ ਮਨਜੀਤ ਜੀ। ਬਰਾੜ ਸਾਹਿਬ, ਬਹਿਬਲ ਕਲਾਂ ਗੋਲੀकांड ਜਦੋਂ ਇਹ ਘਟਨਾ ਵਾਪਰਦੀ ਹੈ ਬਹੁਤ ਸਾਰੇ ਲੋਕਾਂ ਦੇ ਮਨਾਂ ਤੇ ਉਦਾਸੀ ਆਉਂਦੀ ਹੈ, ਬਹੁਤ ਸਾਰੇ ਲੋਕਾਂ ਦੇ ਹਿਰਦੇ ਵਲੂੰਧਰੇ ਜਾਂਦੇ ਨੇ। ਪਰ ਸਾਡੇ ਦੇਸ਼ ਦੇ ਵਿੱਚ, ਸਾਡੇ ਮੁਲਕ ਦੇ ਵਿੱਚ, ਸਾਡੇ ਸੂਬੇ ਵਿੱਚ ਰੱਜ ਕੇ ਇਸ ਮਾਮਲੇ ਤੇ ਸਿਆਸਤ ਵੀ ਹੋਈ। ਮਾਮਲਾ ਅਦਾਲਤ ਵਿੱਚ ਸੀ, SIT ਕਈ ਬਣਾਈਆਂ ਗਈਆਂ। ਹੁਣ ਗੱਲ ਕਿੱਧਰ ਨੂੰ ਜਾਂਦੀ ਦਿਖਾਈ ਦੇ ਰਹੀ ਹੈ? ਅਪਡੇਟ ਕੀ ਹੈ ਜੀ ਨਵੀਂ? ਜੀ ਨਵਜੀਤ, 2015 ਦਾ ਇਹ ਮਾਮਲਾ। 2015 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਤਾਂ ਉਦੋਂ 2 ਸਿੰਘਾਂ ਦੀ ਜਿਹੜੀ ਸ਼ਹੀਦੀ ਵੀ ਇਸ ਘਟਨਾਕ੍ਰਮ ਦੇ ਅੰਦਰ ਹੀ ਹੁੰਦੀ ਹੈ, ਕਿਉਂਕਿ ਧਰਨਾ ਲੱਗਦਾ, ਧਰਨੇ ਤੋਂ ਬਾਅਦ 2 ਸਿੰਘਾਂ ਦੀ ਸ਼ਹੀਦੀ ਹੁੰਦੀ ਹੈ ਬਹਿਬਲ ਕਲਾਂ ਦੇ ਵਿੱਚ। ਤਾਂ ਉਸ ਤੋਂ ਬਾਅਦ ਲਗਾਤਾਰ ਸਿੱਖ ਸੰਗਤਾਂ ਦੇ ਵਿੱਚ ਰੋਸ ਸੀਗਾ, ਤਾਂ ਰੋਸ ਦੇ ਵਜੋਂ ਬਹੁਤ ਸਾਰੇ ਧਰਨੇ ਪ੍ਰਦਰਸ਼ਨ ਹੋਏ, ਬਹੁਤ ਜਗ੍ਹਾ ਦੇ ਉੱਪਰ ਵਿਰੋਧ ਵੀ ਹੋਏ। ਪਰ ਜੇ ਦੇਖੀਏ ਤਾਂ ਉਸ ਤੋਂ ਬਾਅਦ ਇੱਕ ਧਰਨਾ ਪੱਕੇ ਤੌਰ ਤੇ ਜਿਹੜਾ ਕਹਿ ਸਕਦੇ ਆ ਬਹਿਬਲ ਕਲਾਂ ਲੱਗ ਗਿਆ। ਤਾਂ ਉਸ ਤੋਂ ਬਾਅਦ ਉਹ ਧਰਨਾ ਜਿਹੜਾ ਉਹ ਕਈ ਸਾਲ ਆਪਾਂ ਕਹਿ ਸਕਦੇ ਹਾਂ ਵੀ ਲਗਾਤਾਰ ਜਿਹੜਾ ਉਹ ਚੱਲਦਾ ਆਇਆ। ਤਾਂ ਇਹ ਧਰਨੇ ਦੀ ਮੁੱਖ ਮੰਗ ਇਹੀ ਸੀ ਵੀ ਇਸ ਕੇਸ ਦੇ ਉੱਪਰ ਜਿਹੜੀ ਕਾਰਵਾਈ ਹੈ ਉਹਨੂੰ ਸ਼ੁਰੂ ਕੀਤਾ ਜਾਵੇ, ਕੇਸ ਦੇ ਉੱਪਰ ਕੋਈ ਕਾਰਵਾਈ ਕੀਤੀ ਜਾਵੇ। ਪਰ ਸਭ ਤੋਂ ਵੱਡੀ ਗੱਲ ਇਹ ਹੈ ਨਵਜੀਤ, ਲਗਾਤਾਰ ਸਰਕਾਰਾਂ ਬਦਲਦੀਆਂ ਰਹੀਆਂ ਤੇ ਬਹੁਤ ਸਾਰੇ ਜਿਹੜੇ ਮੰਤਰੀ ਸੰਤਰੀ ਨੇ ਉਹ ਵੀ ਇਸ ਧਰਨੇ ਦੇ ਵਿੱਚ ਪਹੁੰਚਦੇ ਆ, ਧਰਨਾ ਚੁਕਵਾਉਣ ਲਈ ਪਹੁੰਚਦੇ ਆ, ਪਰ ਕੋਈ ਗੱਲ ਤਣਪਤਨ ਨਹੀਂ ਲੱਗਦੀ। ਪਰ ਹੁਣ ਇਹ ਧਰਨਾ ਹੈ ਜਿਹੜਾ ਉਹਨੂੰ ਚੱਕਣ ਦੀ ਜਿਹੜੀ ਗੱਲ ਹੈ ਉਹ ਕਹੀ ਗਈ ਹੈ, ਕਿਉਂਕਿ ਸੁਖਰਾਜ ਸਿੰਘ ਜਿਹੜੇ ਨੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਨੇ, ਉਹ ਜਿਹੜੇ ਉਸ ਧਰਨੇ ਦੇ ਉੱਪਰ ਜਗ੍ਹਾ ਤੇ ਬੈਠੇ ਸੀ ਕਿ ਲਗਾਤਾਰ ਧਰਨਾ ਦੇ ਕੇ ਬੈਠੇ ਸੀ, ਸਰਦੀਆਂ ਗਰਮੀ ਉਹਨਾਂ ਨੇ ਆਪਣੇ ਸਿਰ ਤੇ ਹੰਡਾਈਆਂ। ਪਰ ਹੁਣ ਉਹ ਧਰਨਾ ਜਿਹੜੀ ਚੱਕਣ ਦੀ ਗੱਲ ਉਹਨਾਂ ਨੇ ਤਾਂ ਕਹੀ ਹੈ, ਕਹਿੰਦੇ ਵੀ SIT ਵੱਲੋਂ ਕੋਰਟ ਦੇ ਵਿੱਚ ਆਪਦੀ ਜਿਹੜੀ ਬਣਦੀ ਕਾਰਵਾਈ ਹੈ, ਬਣਦੀ ਜਿਹੜੀ ਰਿਪੋਰਟ ਆ ਉਹ ਪੇਸ਼ ਕਰ ਦਿੱਤੀ ਗਈ ਹੈ। ਤਾਂ ਹੁਣ ਇਹਦੇ ਉੱਪਰ ਟ੍ਰਾਇਲ ਹੋਣਾ ਹੈ, ਤਾਂ ਟ੍ਰਾਇਲ ਜਦੋਂ ਚੱਲੇਗਾ ਤਾਂ ਉਸ ਤੋਂ ਬਾਅਦ ਹੀ ਸਾਰੀ ਜਿਹੜੀ ਕਾਰਵਾਈ ਹੈ ਉਹ ਸਾਹਮਣੇ ਆਉਣੀ ਹੈ। ਜੀ ਨਵਜੀਤ, ਬਿਲਕੁਲ। ਬਰਾੜ ਸਾਹਿਬ, ਲੰਬੇ ਸਮੇਂ ਤੋਂ ਇਨਸਾਫ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਇਨਸਾਫ ਅਜੇ ਤੱਕ ਮਿਲਦਾ ਦਿਖਾਈ ਨਹੀਂ ਦਿੱਤਾ। ਪਰ ਜੇਕਰ ਹੁਣ ਟ੍ਰਾਇਲ ਦੀ ਗੱਲ ਚੱਲਦੀ ਪਈ ਹੈ, ਤੁਹਾਨੂੰ ਕੀ ਲੱਗਦਾ ਪਿਆ ਕਿ ਕਿਸ ਹਿਸਾਬ ਦੇ ਨਾਲ ਕੇਸ ਅੱਗੇ ਵੱਲ ਵਧੇਗਾ? ਤੁਹਾਡੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਵੀ ਹੋਈ ਹੋਣੀ ਹੈ, ਜੇਕਰ ਉਹਨਾਂ ਨੇ ਧਰਨਾ ਚੁੱਕਣ ਦੀ ਗੱਲ ਕੀਤੀ ਹੈ ਤਾਂ ਭਰੋਸਾ ਕਿਸੇ ਨਾ ਕਿਸੇ ਨੇ ਦਿੱਤਾ ਹੀ ਹੋਣਾ। ਹੁਣ ਉਹ ਸੀਨੀਅਰ ਅਫਸਰਾਂ ਦਾ ਸੀ, ਅਧਿਕਾਰੀਆਂ ਦਾ ਸੀ, ਜਾਂ ਫਿਰ ਕਿਸੇ ਸਿਆਸਤਦਾਨ ਦਾ ਸੀ? ਜੀ ਬਿਲਕੁਲ ਨਵਜੀਤ, ਜੇਕਰ ਸੁਖਰਾਜ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹ ਕਹਿਣਾ ਵੀ ਮੈਂ ਸਰਕਾਰ ਨੂੰ 20 ਤਰੀਕ ਦਾ ਜਿਹੜਾ 22 ਤਰੀਕ ਦਾ ਅਲਟੀਮੇਟਮ ਦਿੱਤਾ ਸੀਗਾ। ਇਹ ਅਲਟੀਮੇਟਮ ਸੀ ਵੀ ਜੇਕਰ ਸਰਕਾਰ ਨਹੀਂ ਕੋਈ ਕਾਰਵਾਈ ਕਰਦੀ ਤਾਂ ਮੈਂ ਮਰਨ ਵਰਤ ਤੇ ਬੈਠੂੰਗਾ, ਮੈਂ ਭੁੱਖ ਹੜਤਾਲ ਤੇ ਬੈਠੂੰਗਾ। ਤਾਂ ਉਸ ਤੋਂ ਬਾਅਦ ਜਦੋਂ ਇਹ ਸਾਰੀ ਕਾਰਵਾਈ ਹੋ ਜਾਂਦੀ ਹੈ, ਸਾਰੀ ਜਿਹੜੀ ਰਿਪੋਰਟ ਹੈ ਉਹ ਕੋਰਟ ਦੇ ਵਿੱਚ ਪਹੁੰਚ ਜਾਂਦੀ ਹੈ, ਤਾਂ ਕਿਤੇ ਨਾ ਕਿਤੇ ਸੁਖਰਾਜ ਸਿੰਘ ਦਾ ਕਹਿਣਾ ਵੀ ਮੈਨੂੰ ਹੁਣ ਜਿਹੜਾ ਨਿਆਂ ਉਹ ਮਿਲਦਾ ਅੱਗੇ ਸ਼ੁਰੂ ਹੋ ਰਿਹਾ। ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ
ਜਿਹੜਾ ਇਸ ਦੇ ਉੱਪਰ ਕਾਰਵਾਈ ਚੱਲੇਗੀ ਤਾਂ ਕਾਰਵਾਈ ਤੋਂ ਬਾਅਦ ਹੀ ਜਿਹੜੇ ਅਗਲੇ ਪੱਤਰ ਇਸ ਕੇਸ ਦੇ ਖੁੱਲਣਗੇ, ਕਿਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ, ਕਿਹੜੇ ਕਿਹੜੇ ਇਹਦੇ ਵਿੱਚ ਦੋਸ਼ੀ ਪਾਏ ਜਾਂਦੇ ਆ ਜਾਂ ਕਿਸ ਤਰ੍ਹਾਂ ਦੀ ਸਾਰੀ ਕਾਰਵਾਈ ਹੈ ਉਹ ਸਾਹਮਣੇ ਆਉਂਦੀ ਆ। ਤਾਂ ਹੁਣ ਜਿਹੜੇ ਸੁਖਰਾਜ ਸਿੰਘ ਆ ਉਹਨਾਂ ਨੇ ਕਿਹਾ ਵੀ ਮੈਂ ਕਿਤੇ ਨਾ ਕਿਤੇ ਜਿਹੜੀ ਕਾਰਵਾਈ ਤੋਂ ਸੰਤੁਸ਼ਟ ਆ, ਤਾਂ ਹੁਣ ਇਹ ਜਿਹੜਾ ਧਰਨਾ ਜ਼ਰੂਰ ਚੱਕੂਗਾ, ਪਰ ਕਿਤੇ ਨਾ ਕਿਤੇ ਨਾਲੋਂ ਨਾਲ ਜਿਹੜੀ ਕਹਿ ਸਕਦੇ ਕਾਨੂੰਨੀ ਕਾਰਵਾਈ ਹੈ ਉਸ ਦੇ ਨਾਲ ਜ਼ਰੂਰ ਮੈਂ ਅੱਗੇ ਚੱਲੂੰਗਾ ਤੇ ਕਾਨੂੰਨੀ ਕਾਰਵਾਈ ਦੇ ਤੌਰ ਤੇ ਹੀ ਜਿਹੜਾ ਇਹ ਕੇਸ ਨੂੰ ਲੜਨ ਦੀ ਜਿਹੜੀ ਮੈਂ ਕੋਸ਼ਿਸ਼ ਹੈ ਕਹਿੰਦਾ ਮੈਂ ਕਰੂੰਗਾ ਜੀ। ਬਰਾੜ ਸਾਹਿਬ, ਕਾਨੂੰਨੀ ਤੌਰ ਤੇ ਗੱਲ ਤੁਸੀਂ ਕੀਤੀ ਹੈ, ਨੁਕਤੇ ਚਲੋ ਬਹੁਤ ਸਾਰੇ ਹੁੰਦੇ ਨੇ ਵਕੀਲਾਂ ਦੇ ਕੋਲ ਵੀ, ਪਰ ਜਦੋਂ ਇਹਦੇ ਵਿੱਚ ਕੁਝ ਅਫਸਰਾਂ ਦੇ ਨਾਂ ਸ਼ਾਮਲ ਸੀਗੇ, ਉਹਨਾਂ ਦੇ ਵਿੱਚੋਂ ਕੁਝ ਅਫਸਰ ਇਸ ਤਰ੍ਹਾਂ ਦੇ ਜਿਨ੍ਹਾਂ ਤੇ ਕਾਰਵਾਈ ਚੱਲਦੀ ਵੀ ਪਈ ਹੈ, ਕੀ ਗੱਲ ਉਧਰ ਨੂੰ ਵੀ ਜਾਂਦੀ ਦਿਖਾਈ ਦੇ ਰਹੀ ਹੈ? ਅਫਸਰਾਂ ਤੋਂ ਵੀ ਦੁਬਾਰਾ ਪੁੱਛ ਪੜਤਾਲ ਹੋ ਸਕਦੀ ਹੈ? ਕੀ ਪੁੱਛ ਪੜਤਾਲ ਹੋਣੀ ਹੈ? ਟ੍ਰਾਇਲ ਦੇ ਵਿੱਚ ਕੀ ਹੋ ਸਕਦਾ, ਤੁਹਾਨੂੰ ਕੀ ਲੱਗਦਾ ਜੀ? ਜੀ ਬਿਲਕੁਲ ਨਵਜੀਤ, ਕਿਉਂਕਿ ਜਿਹੜੀ ਸਿੱਟ ਨੇ ਪਲੰਦਾ ਬਣਾ ਕੇ ਇੱਕ ਵੱਡਾ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ, ਕਿਉਂਕਿ ਲਗਾਤਾਰ ਇਸ ਕੇਸ ਦੀ ਮੈਂ ਗੱਲ ਕਰਾਂ ਤਾਂ ਕੇਸ ਲੰਮਾ ਬਹੁਤ ਹੈ, 2015 ਦਾ ਕੇਸ ਹੈ, ਤਾਂ ਸਿੱਟਾਂ ਲਗਾਤਾਰ ਬਣਦੀਆਂ ਆਈਆਂ ਇਸ ਕੇਸ ਦੇ ਉੱਪਰ ਬਹੁਤ ਸਾਰੀਆਂ ਕਹਿ ਸਕਦੇ ਆ ਨਵੀਆਂ ਕਮੇਟੀਆਂ ਵੀ ਗਠਿਤ ਹੋਈਆਂ, ਪਰ ਜੇ ਇਸ ਕੇਸ ਨੂੰ ਕਿਤੇ ਤਣ ਪਤਨ ਲੱਗਦਾ ਹੋਇਆ ਨਹੀਂ ਦਿਖਿਆ ਤਾਂ ਇੱਥੋਂ ਤੱਕ ਕਿ ਸਰਕਾਰਾਂ ਦੇ ਉੱਪਰ ਟਿੱਪਣੀਆਂ ਵੀ ਹੋਈਆਂ। ਜੇ ਮੈਂ ਥੋੜਾ ਜਿਹਾ ਪਿੱਛੇ ਚਲਾ ਜਾਵਾਂ, ਭਾਵੇਂ ਅਕਾਲੀ ਦਲ ਦੀ ਸਰਕਾਰ ਦੇ ਉੱਪਰ ਟਿੱਪਣੀ ਹੋਈ ਜਾਂ ਕਾਂਗਰਸ ਦੀ ਸਰਕਾਰ ਆਈ, ਤਾਂ ਉਸ ਤੋਂ ਬਾਅਦ ਕਿਹਾ ਗਿਆ ਵੀ ਕਾਂਗਰਸ ਦੀ ਸਰਕਾਰ ਕਿਤੇ ਨਾ ਕਿਤੇ ਨਿਆਂ ਦੇਗੀ ਇਸ ਕੇਸ ਨੂੰ ਲੈ ਕੇ, ਤਾਂ ਉਹ ਸਰਕਾਰ ਚਲੀ ਜਾਂਦੀ ਹੈ, ਤਾਂ ਉਸ ਤੋਂ ਬਾਅਦ ਕਾਂਗਰਸ ਸਰਕਾਰ ਤੇ ਵੀ ਟਿੱਪਣੀ ਆਉਂਦੀ ਹੈ ਇਸ ਨਿਆਂ ਨੂੰ ਲੈ ਕੇ। ਹੁਣ ਮੌਜੂਦਾ ਸਰਕਾਰ ਦੀ ਗੱਲ ਕਰ ਲਈ ਤਾਂ ਮੌਜੂਦਾ ਸਰਕਾਰ ਨੂੰ ਵੀ ਲਗਾਤਾਰ ਸਿੱਖ ਸੰਗਤਾਂ ਵੱਲੋਂ ਜਿਹੜਾ ਘੇਰਿਆ ਗਿਆ, ਭਾਵੇਂ ਉਹ ਬਾਈਬਲ ਕਲਾ ਮੈਂ ਕਹਿ ਸਕਦਾ ਗੋਲੀकांड ਨੂੰ ਲੈ ਕੇ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਹੋਵੇ, ਉਹ ਸਾਰਾ ਕੇਸ ਦੇ ਤੌਰ ਤੇ ਸਿੱਖ ਸੰਗਤਾਂ ਵੱਲੋਂ ਮੌਜੂਦਾ ਸਰਕਾਰ ਦੇ ਉੱਪਰ ਵੀ ਟਿੱਪਣੀਆਂ ਕੀਤੀਆਂ ਗਈਆਂ। ਹੁਣ ਵੇਖਣ ਵਾਲਾ ਇਹ ਹੋਏਗਾ ਵੀ ਕੇਸ ਪੁਰਾਣਾ ਬਹੁਤ ਹੈ, ਤਾਂ ਜਿਹੜਾ ਹੁਣ ਨਵਾਂ ਕਹਿ ਸਕਦੇ SIT ਨੇ ਜਿਹੜੀ ਨਵੀਂ ਜਿਹੜੀ ਰਿਪੋਰਟ ਤਿਆਰ ਕੀਤੀ ਹੈ, ਉਸ ਰਿਪੋਰਟ ਦੇ ਵਿੱਚੋਂ ਨਿਕਲਦਾ ਕੀ ਹੈ ਵੇਖਣ ਵਾਲਾ ਇਹ ਹੋਏਗਾ। ਬਰਾੜ ਸਾਹਿਬ, ਇੱਕ ਚੀਜ਼ ਹੋਰ ਦੱਸਿਓ ਕਿ ਬਾਵਾ ਲੰਬੇ ਸਮੇਂ ਤੋਂ ਜਦੋਂ ਕੁੰਵਰ ਵਿਜੇ ਪ੍ਰਤਾਪ ਇਹ ਮਸਲੇ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਸੀ, ਤਾਂ ਹੁਣ ਵੀ ਉਹਨਾਂ ਨੇ ਬਾਗੀ ਸੁਰਾਂ ਥੋੜੀਆਂ ਦਿਖਾਈਆਂ ਸੀ, ਕੋਈ ਮੰਨਣ ਨੂੰ ਤਿਆਰ ਸੀ, ਕੋਈ ਮੰਨਦੇ ਸੀਗੇ ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਗੀ, ਪਰ ਕੀ ਲੱਗਦਾ ਪਿਆ ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਸਵਾਲ ਚੁੱਕਣ ਤੋਂ ਬਾਅਦ ਹੀ ਇਹ ਕਦਮ ਚੁੱਕਿਆ ਗਿਆ? ਜੀ ਬਿਲਕੁਲ ਨਵਜੀਤ, ਕੁੰਵਰ ਵਿਜੇ ਪ੍ਰਤਾਪ ਇਸ ਧਰਨੇ ਵਾਲੀ ਜਗ੍ਹਾ ਦੇ ਉੱਪਰ ਵੀ 2-3 ਵਾਰ ਆਏ ਆ, ਤਾਂ ਉਹਨਾਂ ਦਾ ਇਹੀ ਕਹਿਣਾ ਹੈ ਵੀ ਮੈਂ ਜਦੋਂ ਮਤਲਬ ਇਹ ਸਿਆਸਤ ਵਾਲੇ ਤਰਫ ਆਇਆ ਸੀ ਤਾਂ ਮੈਂ ਇਸ ਨਿਆਂ ਨੂੰ ਲੈ ਕੇ ਆਇਆ ਸੀ ਵੀ ਕਿਤੇ ਨਾ ਕਿਤੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਮੇਰੇ ਸਿਰ ਦੇ ਉੱਪਰ ਆ। ਉਹਨਾਂ ਦਾ ਹਮੇਸ਼ਾ ਇਹੀ ਕਹਿਣਾ ਹੁੰਦਾ ਸੀ ਵੀ ਮੈਂ ਇਸ ਜਿਹੜੀ ਸਿਆਸਤ ਦੇ ਵਿੱਚ ਆਇਆ ਤਾਂ ਕਿਤੇ ਨਾ ਕਿਤੇ ਇਸ ਕੇਸ ਦੇ ਤੌਰ ਤੇ ਆਇਆ ਵੀ ਨਿਆਂ ਮਿਲ ਸਕੇ, ਪਰ ਜਦੋਂ ਮੈਨੂੰ ਕੁੰਵਰ ਵਿਜੇ ਪ੍ਰਤਾਪ ਦਾ ਇਹ ਕਹਿਣਾ ਸੀ ਜਦੋਂ ਮੈਨੂੰ ਨਿਆਂ ਮਿਲਦਾ ਨਹੀਂ ਦਿਖਿਆ ਤਾਂ ਮੈਂ ਕਿਤੇ ਨਾ ਕਿਤੇ ਸਰਕਾਰ ਆਪਣੀ ਹੀ ਸਰਕਾਰ ਦਾ ਜਿਹੜਾ ਵਿਰੋਧ ਹੈ ਉਹ ਕੀਤਾ। ਪਰ ਹੁਣ ਵੇਖਣ ਵਾਲਾ ਇਹ ਹੋਏਗਾ ਵੀ ਇਹ ਕਾਰਵਾਈ ਕਿਸ ਤਰ੍ਹਾਂ ਦੀ ਹੁੰਦੀ ਹੈ। ਕੁੰਵਰ ਵਿਜੇ ਪ੍ਰਤਾਪ ਨੇ ਵੀ ਜਿਹੜਾ ਬਾਗੀ ਸੁਰਾਂ ਦਿਖਾਈਆਂ, ਉਹਨੇ ਬਾਗੀ ਸੁਰਾਂ ਨੂੰ ਬੂਰ ਪੈਂਦਾ ਜਾਂ ਨਹੀਂ ਪੈਂਦਾ, ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਬੂਰ ਪੈਂਦਾ ਜਾਂ ਨਹੀਂ ਪੈਂਦਾ, ਉਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਹੁਣ ਜਿਹੜੀ ਕਹਿ ਸਕਦੇ SIT ਦੀ ਰਿਪੋਰਟ ਹੈ ਉਹਦੇ ਆਧਾਰ ਤੇ ਹੀ ਸਾਰਾ ਕੁਝ ਜਿਹੜਾ ਕੇਸ ਅੱਗੇ ਚੱਲਣਾ, ਕਿਉਂਕਿ SITਆਂ ਬਹੁਤ ਬਣੀਆਂ ਨੇ, ਪਰ ਅੱਗੋਂ ਕੋਰਟ ਦਾ ਫੈਸਲਾ ਕੀ ਆਉਂਦਾ ਉਹ ਵੇਖਣ ਵਾਲਾ ਹੋਏਗਾ ਜੀ। ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਸਾਰੀ ਅਪਡੇਟ ਲਈ। ਧੰਨਵਾਦ ਜੀ। ਸੋ ਇਹ ਸਨ ਜੱਸੀ ਬਰਾੜ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ। ਦੇਖੋ, ਬਾਈਬਲ ਕਲਾਂ ਗੋਲੀकांड ਦਾ ਮੁੱਦਾ ਤਾਂ ਬਹੁਤ ਗੰਭੀਰ ਹੈ। ਸਮੇਂ ਦੀਆਂ 3 ਸਰਕਾਰਾਂ ਗਈਆਂ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚਲੀ ਗਈ, ਕਾਂਗਰਸ ਦੀ ਸਰਕਾਰ ਚਲੀ ਗਈ, ਚੰਨੀ ਸਾਹਿਬ ਦੀ 111 ਦਿਨ ਦੀ ਸਰਕਾਰ ਸੀ। ਕਾਂਗਰਸ ਦੀ ਸਰਕਾਰ ਜਦੋਂ ਆਈ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਇਨਸਾਫ ਦਿਵਾਵਾਂਗੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵਾਅਦਾ ਕੀਤਾ। ਉਸ ਤੋਂ ਬਾਅਦ ਕਾਂਗਰਸ ਦੇ 2 ਮੰਤਰੀ ਸੁਖਜਿੰਦਰ ਸਿੰਘ, ਸੁਖੀ ਰੰਧਾਵਾ ਸਮੇਤ ਜਦੋਂ ਸਿਆਸਤਦਾਨ ਉੱਥੇ ਪਹੁੰਚੇ ਸੀ, ਭਰੋਸਾ ਦਿੰਨੇ ਕਹਿੰਦੇ ਤੁਹਾਨੂੰ, ਕੀ ਬਣਿਆ ਕੇਸ ਦਾ? ਚੰਨੀ ਸਾਹਿਬ ਦੀ ਭਾਵੇਂ 111 ਦਿਨ ਦੀ ਸਰਕਾਰ ਸੀ, ਭਰੋਸਾ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਕਿੱਥੇ ਗਿਆ ਉਹ ਵਾਅਦਾ? ਕਿੱਥੇ ਗਏ ਉਹ ਮਾਮਲੇ ਸਾਰੇ? ਹੁਣ ਵੀ ਜਿਹੜੀ ਸਰਕਾਰ ਹੈ 2 ਸਾਲ ਤੋਂ ਉੱਪਰ ਦਾ ਸਮਾਂ ਹੋ ਚੱਲਿਆ, ਪਰ ਅਜੇ ਤੱਕ ਇਨਸਾਫ ਮਿਲਦਾ ਦਿਖਾਈ ਨਹੀਂ ਦੇ ਰਿਹਾ। ਪਰ ਇਨਸਾਫ ਦੀ ਗੱਲ ਨਿਕਲੀ ਹੈ, SIT ਨੇ ਟ੍ਰਾਇਲ ਕਰਨ ਦੀ ਗੱਲ ਕਹੀ ਹੈ, ਹੋ ਸਕਦਾ ਇਸ ਕੇਸ ਦੇ ਵਿੱਚੋਂ ਕੁਝ ਨਿਕਲ ਜੇ। ਵੈਸੇ ਬਹੁਤ ਸਾਰੇ ਮਾਮਲੇ ਲਟਕਦੇ ਆ ਰਹੇ ਨੇ, ਦੇਖਦੇ ਹਾਂ ਕਿੱਧਰ ਨੂੰ ਗੱਲ ਜਾਂਦੀ ਹੈ, ਪਰ ਇੰਨਾ ਜ਼ਰੂਰ ਹੈ ਇਸ ਮਾਮਲੇ ਦਾ ਇਨਸਾਫ ਲੰਬੇ ਸਮੇਂ ਤੋਂ ਲੋਕ ਉਡੀਕ ਰਹੇ ਨੇ। ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।